स्टार्ट। बेलारूस ने राष्ट्रपति अलेक्जेंडर लुकाशेंको ਦੇ ਆਲੋਚਕ ਪੱਤਰਕਾਰ ਰੋਮਾਨ ਪ੍ਰੋਤਸੇਵਿਚ ਨੂੰ ਜਿਸ ਅਣਕਿਆਸੇ ਢੰਗ ਨਾਲ ਗ੍ਰਿਫਤਾਰ ਕੀਤਾ ਹੈ ਉਸ ਦੀ ਹਰ ਪਾਸਿਓਂ ਸਖਤ ਆਲੋਚਨਾ ਹੋ ਰਹੀ ਹੈ। ਡੰਡੀ ਰੋਮਾਨ 2019 ਤੋਂ ਹੀ ਆਪਣੇ ਦੇਸ਼ 'ਚ ਸਰਕਾਰ ਵੱਲੋਂ ਜਾਰੀ ਘਾਣ ਵਾਲੀਆਂ ਕਾਰਵਾਈਆਂ ਦੇ ਕਾਰਨ ਕਈ ਹੋਰ ਪੱਤਰਕਾਰਾਂ ਵਾਂਗ ਗਰੀਸ 'ਚ ਜਲਾਵਤਨੀ ਜ਼ਿੰਦਗੀ ਜੀ ਰਹੇ ਸਨ ਅਤੇ ਪਿਛਲੇ ਅਗਸਤ 'ਚ ਚੋਣਾਂ 'ਚ ਧਾਂਦਲੀ ਦੇ ਜਵਾਬ 'ਚ ਦੇਸ਼ ਭਰ 'ਚ ਬੜੇ ਵੱਡੇ ਸਮੂਹਿਕ ਵਿਰੋਧ ਵਿਖਾਵਿਆਂ ਦੀ ਲਹਿਰ ਉੱਠੀ ਸੀ। ਡੰਡੀ ਦੇਸ਼ ਦੀਆਂ ਜੇਲ੍ਹਾਂ 'ਚ ਬੜੇ ਵੱਡੇ ਪੱਧਰ 'ਤੇ ਕੁੱਟਮਾਰ ਅਤੇ ਤਸ਼ੱਦਦ ਦੇ ਬਾਅਦ 35,000 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਡੰਡੀ ਲਗਭਗ 486 ਕੈਦੀ ਇਸ ਸਮੇਂ ਸਿੱਖਾਂ ਦੇ ਪਿੱਛੇ ਹਨ। ਡੰਡੀ ਗਰੀਸ ਤੋਂ ਲਿਥੁਆਨੀਆ ਜਾ ਰਹੇ ਜਿਸ ਜਹਾਜ਼ 'ਚ ਰੋਮਾਨ ਸਵਾਰ ਸਨ ਉਸ ਦੇ ਬੇਲਾਰੂਸ ਦੇ ਹਵਾਈ ਖੇਤਰ 'ਚ ਦਾਖਲ ਹੁੰਦਿਆਂ ਹੀ ਉਸ 'ਚ ਬੰਬ ਦੀ ਝੂਠੀ ਅਫਵਾਹ ਫੈਲਾ ਕੇ ਜਬਰੀ ਰਾਜਧਾਨੀ ਮਿਨਸਕ ਲਿਜਾਇਆ ਗਿਆ ਜਿੱਥੇ ਰੋਮਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਡੰਡੀ ਇਸ ਘਟਨਾ ਦੇ ਬਾਅਦ ਤੋਂ ਯੂਰਪ ਦੇ ਕਈ ਦੇਸ਼ਾਂ ਨੇ बेलारूस ਦੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਡੰਡੀ ਬੇਸ਼ੱਕ ਇਸ ਤਰ੍ਹਾਂ ਦੇ ਕਿਸੇ ਦੇਸ਼ ਦੇ ਜਹਾਜ਼ ਨੂੰ ਜਬਰੀ ਉਤਾਰ ਕੇ ਸਰਕਾਰ ਦੇ ਕਿਸੇ ਵਿਰੋਧੀ ਨੂੰ ਗ੍ਰਿਫਤਾਰ ਕਰਨਾ ਇੱਕ ਅਣਕਿਆਸੀ ਅਤੇ ਅਜੀਬ ਜਿਹੀ ਘਟਨਾ ਹੈ ਪਰ ਸਰਕਾਰਾਂ ਵੱਲੋਂ ਵਿਰੋਧੀਆਂ ਨੂੰ ਦਬਾਉਣ ਅਤੇ ਮੌਤ ਦੇ ਘਾਟ ਤੱਕ ਉਤਾਰ ਦੇਣ ਦੀਆਂ ਘਟਨਾਵਾਂ ਪਹਿਲਾਂ ਤੋਂ ਹੀ ਜਾਰੀ ਹਨ। ਡੰਡੀ ਫਰੀडम ਹਾਊਸ ਦੀ 2021 ਰਿਪੋਰਟ ਦੇ ਅਨੁਸਾਰ 2014 ਤੋਂ ਹੁਣ ਤੱਕ ਘੱਟੋ ਘੱਟ 608 ਮਾਮਲੇ ਅਜਿਹੇ ਦਰਜ ਹੋ ਚੁੱਕੇ ਹਨ ਜਿਨ੍ਹਾਂ 'ਚ ਵਿਰੋਧੀਆਂ ਨੂੰ ਵਿਦੇਸ਼ਾਂ 'ਚ ਜਾ ਕੇ ਨਿਸ਼ਾਨਾ ਬਣਾਇਆ ਗਿਆ ਹੈ। ਡੰਡੀ ਇਹਨਾਂ 'ਚ ਗ੍ਰਿਫਤਾਰੀ ਡਿਪੋਰਟ ਕਰਨ ਤੋਂ ਲੈ ਕੇ ਹੱਤਿਆਵਾਂ ਤੱਕ ਸ਼ਾਮਲ ਹਨ। ਡੰਡੀ 1982 'ਚ ਦੱਖਣੀ ਅਫਰੀਕੀ ਸਰਕਾਰ ਨੇ ਜਲਾਵਤਨ ਵਰਕਰ ਰੂਥ ਫਰਸਟ ਨੂੰ ਮੰਜੋਬੀਕ 'ਚ ਉਹਨਾਂ ਦੇ ਦਫ਼ਤਰ 'ਚ ਪਾਰਸਲ ਬੰਬ ਭਿਜਵਾ ਕੇ ਮਰਵਾਇਆ ਸੀ। ਡੰਡੀ ਜ਼ਿਆਦਾ ਸਮਾਂ ਨਹੀਂ ਬੀਤਿਆ ਹੈ ਜਦੋਂ 2018 'ਚ ਜਮਾਲ ਖਾਸ਼ੋਗੀ ਨੂੰ ਇਸਤਾਂਬੁਲ ਦੇ ਸਾਊਦੀ ਕੰਸੂਲੇਟ 'ਚ ਸੱਦ ਕੇ ਹੱਤਿਆ ਕਰਨ ਦੇ ਬਾਅਦ ਉਹਨਾਂ ਦੀ ਲਾਸ਼ ਦੇ ਟੁਕੜੇ ਟੁਕੜੇ ਕਰ ਦਿੱਤੇ ਗਏ। ਡੰਡੀ ਜਮਾਲ ਖਾਸ਼ੋਗੀ ਸਾਊਦੀ ਅਰਬ ਸਰਕਾਰ ਦੇ ਪਹਿਲੇ ਆਲੋਚਕ ਨਹੀਂ ਸਨ ਜਿਨ੍ਹਾਂ ਨੂੰ ਮਾਰਿਆ ਗਿਆ। ਡੰਡੀ 2017 'ਚ ਵਰਕਰ ਮੁਹੰਮਦ ਅਬਦੁੱਲਾ ਅਲ ਉਤੇਬੀ ਨੂੰ ਨਾਰਵੇ ਦੀ ਉਡਾਨ ਦੇ ਲਈ ਦੋਹਾ ਏਅਰਪੋਰਟ 'ਤੇ ਉਡੀਕ ਕਰਦੇ ਸਮੇਂ ਗ੍ਰਿਫਤਾਰ ਕਰਕੇ ਸਾਊਦੀ ਅਰਬ ਨੂੰ ਸੌਂਪ ਦਿੱਤਾ ਗਿਆ ਜਿੱਥੇ ਉਹਨਾਂ ਨੂੰ 17 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ। ਡੰਡੀ 1 ਸਾਲ ਬਾਅਦ ਕਵੀ ਨਵਾਫ ਅਲ ਰਸ਼ੀਦ ਨੂੰ ਵੀ ਇਸੇ ਤਰ੍ਹਾਂ ਕੁਵੈਤ ਦੇ ਇੱਕ ਏਅਰਪੋਰਟ ਤੋਂ ਗ੍ਰਿਫਤਾਰ ਕਰਕੇ ਲਗਭਗ 1 ਸਾਲ ਤੱਕ ਸਾਊਦੀ ਅਰਬ 'ਚ ਕੈਦ ਰੱਖਿਆ ਗਿਆ। ਡੰਡੀ ਸਟਾਰਟ।
ਹਰੇਕ ਜਾਤੀ ਦੇ ਸਾਹਿਤ ਨੇ ਬੁਣਾਈ ਦੀ ਕਲਾ ਦੇ ਸੰਬੰਧ ਵਿੱਚ ਇਹੀ ਲਿਖਿਆ ਹੈ ਕਿ ਦੇਵਤਿਆਂ ਨੇ ਮਨੁੱਖ ਨੂੰ ਕੱਤਣਾ ਅਤੇ ਬੁਣਨਾ ਸਿਖਾਇਆ ਸੀ। ਡੰਡੀ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਆਦਿ ਕਾਲ ਵਿੱਚ ਮਨੁੱਖ ਨੇ ਆਪਣੇ ਸਰੀਰ ਨੂੰ ਗਰਮੀ ਸਰਦੀ ਅਤੇ ਵਰਖਾ ਤੋਂ ਬਚਾਉਣ ਵਾਸਤੇ ਕੱਪੜੇ ਦੀ ਲੋੜ ਅਨੁਭਵ ਕੀਤੀ ਹੋਵੇਗੀ। ਡੰਡੀ ਇਸ ਤੋਂ ਇਲਾਵਾ ਸਭਤਾ ਦੀ ਦ੍ਰਿਸ਼ਟੀ ਤੋਂ ਵੀ ਕੱਪੜੇ ਦੀ ਜ਼ਰੂਰਤ ਮਹਿਸੂਸ ਹੋਈ ਹੋਵੇਗੀ। ਡੰਡੀ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਮਨੁੱਖ ਨੇ ਆਪਣੇ ਪ੍ਰਕਿਰਤਕ ਵਾਤਾਵਰਨ ਤੋਂ ਵੀ ਬੁਣਾਈ ਦੇ ਕੰਮ ਦੀ ਪ੍ਰੇਰਨਾ ਲਈ ਹੋਵੇ। ਡੰਡੀ ਉਸ ਨੇ ਆਪਣੇ ਆਲੇ ਦੁਆਲੇ ਮੱਕੜੀ ਨੂੰ ਜਾਲਾ ਬਣਾਉਂਦੇ ਅਤੇ ਪੰਛੀਆਂ ਨੂੰ ਤੀਲੇ ਬੁਣਦੇ ਵੇਖਿਆ ਹੋਵੇਗਾ। ਡੰਡੀ ਫਲਸਰੂਪ ਉਸ ਨੇ ਖੱਲ ਦੇ ਕੱਪੜਿਆਂ ਦੀ ਥਾਂ ਦਰੱਖਤਾਂ ਦੀ ਛਿੱਲ ਨੂੰ ਬੁਣ ਕੇ ਆਪਣੇ ਕੱਪੜੇ ਤਿਆਰ ਕੀਤੇ ਹੋਣਗੇ। ਡੰਡੀ ਅਸੀਂ ਆਪਣੀ ਕਲਪਨਾ ਸ਼ਕਤੀ ਨਾਲ ਅਜਿਹਾ ਵੀ ਅਨੁਮਾਨ ਲਗਾ ਸਕਦੇ ਹਾਂ ਕਿ ਸਭ ਤੋਂ ਪਹਿਲਾਂ ਮਨੁੱਖ ਨੇ ਦਰੱਖਤ ਦੀ ਇੱਕ ਡਾਲੀ ਨੂੰ ਹੀ ਖੱਡੀ ਦੇ ਰੂਪ ਵਿੱਚ ਵਰਤਿਆ ਹੋਵੇਗਾ। ਡੰਡੀ ਅਰਥਾਤ ਦਰੱਖਤ ਦੀ ਇੱਕ ਡਾਲੀ ਅਤੇ ਛਿੱਲ ਦੀਆਂ ਰੱਸੀਆਂ ਨੂੰ ਪੱਥਰ ਨਾਲ ਬੰਨ੍ਹ ਕੇ ਅਤੇ ਲਟਕਾ ਕੇ ਉਹਨਾਂ ਨੂੰ ਬੁਣ ਲਿਆ ਹੋਵੇਗਾ। ਡੰਡੀ ਇਸ ਪਿੱਛੇ ਉਸ ਨੇ ਦਰੱਖਤਾਂ ਦੀਆਂ ਡਾਲੀਆਂ ਨਾਲ ਚੌਖਟਾ ਖੱਡੀ ਤਿਆਰ ਕੀਤੀ ਹੋਵੇਗੀ ਜਿਸ ਨੂੰ ਉਹ ਦਰੱਖਤ ਦੇ ਸਹਾਰੇ ਰੱਖ ਕੇ ਉਸ ਉੱਤੇ ਕੰਮ ਕਰਦਾ ਹੋਵੇਗਾ। ਡੰਡੀ ਹੌਲੀ ਹੌਲੀ ਮਨੁੱਖ ਨੇ ਹਰ ਦੇਸ਼ ਵਿੱਚ ਆਪਣੀਆਂ ਆਪਣੀਆਂ ਸਥਿਤੀਆਂ ਅਨੁਸਾਰ ਖੱਡੀਆਂ ਬਣਾਈਆਂ ਹੋਣਗੀਆਂ ਅਤੇ ਉਹਨਾਂ ਵਿੱਚ ਸਮੇਂ ਅਤੇ ਤਜਰਬੇ ਨਾਲ ਸੁਧਾਰ ਕੀਤੇ ਹੋਣਗੇ। ਡੰਡੀ ਸਮੇਂ ਦੇ ਬੀਤਣ ਨਾਲ ਚਰਖੇ ਦਾ ਪ੍ਰਯੋਗ ਅਮਲ ਵਿੱਚ ਲਿਆਂਦਾ ਗਿਆ ਅਤੇ ਖਾਦੀ ਪਹਿਨਣ 'ਤੇ ਜ਼ੋਰ ਦਿੱਤਾ ਗਿਆ। ਡੰਡੀ ਭਾਵੇਂ ਲੋਕ ਕਦੇ ਕਦੇ ਇਹ ਆਖ ਦਿੰਦੇ ਹਨ ਕਿ ਹੁਣ ਸੁਤੰਤਰਤਾ ਪ੍ਰਾਪਤੀ ਪਿੱਛੋਂ ਚਰਖੇ ਅਤੇ ਖਾਦੀ ਦੀ ਕੀ ਲੋੜ ਹੈ। ਡੰਡੀ ਉਹ ਇਹ ਗੱਲ ਭੁੱਲ ਜਾਂਦੇ ਹਨ ਕਿ ਜਿਸ ਵਿਚਾਰ ਨਾਲ ਚਰਖਾ ਅਤੇ ਖਾਦੀ ਅਪਣਾਏ ਗਏ ਸਨ ਉਹ ਵਿਚਾਰ ਅੱਜ ਵੀ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਓਨੀ ਦਿਨੀ ਸੀ। ਡੰਡੀ ਸਭ ਤੋਂ ਵੱਡੀ ਗੱਲ ਜੋ ਹੱਥ ਕਤਾਈ ਅਤੇ ਹੱਥ ਬੁਣਾਈ ਵਿੱਚ ਛੁਪੀ ਹੋਈ ਹੈ ਉਹ ਇਹ ਹੈ ਕਿ ਸਾਡੇ ਆਂਢ ਗੁਆਂਢ ਵਿੱਚ ਹਜ਼ਾਰਾਂ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਇੱਜ਼ਤ ਦੀ ਰੋਟੀ ਦੇਣਾ ਸਮਾਜ ਦਾ ਕਰਤੱਵ ਹੈ। ਡੰਡੀ ਦੂਸਰੇ ਬਹੁਤ ਸਾਰੇ ਉਦਯੋਗ ਅਜਿਹੇ ਹਨ ਜਿਨ੍ਹਾਂ ਵਿੱਚ ਸੰਦ ਮਹਿੰਗੇ ਹੁੰਦੇ ਹਨ। ਡੰਡੀ ਉਹਨਾਂ ਵਾਸਤੇ ਕੱਚਾ ਮਾਲ ਆਸਾਨੀ ਨਾਲ ਨਹੀਂ ਮਿਲਦਾ। ਡੰਡੀ ਉਹਨਾਂ ਨੂੰ ਸਿਖਾਉਣ ਵਾਲੇ ਘੱਟ ਮਿਲਦੇ ਹਨ। ਡੰਡੀ ਉਹਨਾਂ ਦੀ ਉਪਜ ਦੀ ਖਪਤ ਦਾ ਸਵਾਲ ਪੈਦਾ ਹੁੰਦਾ ਹੈ। ਡੰਡੀ ਖਾਦੀ ਇਹਨਾਂ ਸਾਰੀਆਂ ਗੱਲਾਂ ਦਾ ਸੰਤੋਸ਼ਜਨਕ ਉੱਤਰ ਦਿੰਦੀ ਹੈ। ਡੰਡੀ ਖਾਦੀ ਦਾ ਸਮਾਜਿਕ ਪੱਖ ਇਹ ਹੈ ਕਿ ਇਹ ਊਚ ਨੀਚ ਦੇ ਭੇਦਭਾਵ ਖਤਮ ਕਰਕੇ ਸਮਾਨਤਾ ਲਿਆਉਂਦੀ ਹੈ ਅਤੇ ਆਪਸ ਵਿੱਚ ਮਿਲ ਜੁਲ ਕੇ ਰਹਿਣਾ ਸਿਖਾਉਂਦੀ ਹੈ। ਡੰਡੀ ਪ੍ਰੇਮ ਅਤੇ ਬਰਾਬਰੀ ਦੀ ਭਾਵਨਾ ਉਤਪੰਨ ਕਰਦੀ ਹੈ। ਡੰਡੀ ਖਾਦੀ ਦੀ ਨੀਤੀ ਪੱਖ ਇਹ ਹੈ ਕਿ ਇਹ ਨਿਆਂ ਦੀ ਭਾਵਨਾ ਜਾਗਰਤ ਕਰਦੀ ਹੈ। ਡੰਡੀ ਬੁੱਧੀ ਨੂੰ ਨਿਰਮਲ ਅਤੇ ਦਿਲ ਨੂੰ ਵਿਸ਼ਾਲ ਕਰਦੀ ਹੈ ਅਤੇ ਆਪਣੇ ਗਵਾਂਢੀਆਂ ਨਾਲ ਪਿਆਰ ਕਰਨਾ ਸਿਖਾਉਂਦੀ ਹੈ। ਡੰਡੀ ਖਾਦੀ ਨੇ ਸੁਤੰਤਰਤਾ ਸੰਗਰਾਮ ਵਿੱਚ ਵੀ ਬਹੁਤ ਵੱਡਾ ਕੰਮ ਦਿੱਤਾ ਹੈ। ਡੰਡੀ ਇਸ ਰਾਹੀਂ ਸਾਡੇ ਦੇਸ਼ ਵਿੱਚ ਏਕਤਾ ਆਈ ਬਲ ਆਇਆ ਅਤੇ ਅਸੀਂ ਸੁਤੰਤਰਤਾ ਪ੍ਰਾਪਤ ਕੀਤੀ। ਡੰਡੀ ਆਜ਼ਾਦੀ ਤੋਂ ਪਿੱਛੋਂ ਸਾਡੀ ਕੇਂਦਰੀ ਸਰਕਾਰ ਅਤੇ ਰਾਜ ਸਰਕਾਰ ਖਾਦੀ ਦੇ ਵਿਕਾਸ 'ਤੇ ਹਰ ਸਾਲ ਲੱਖਾਂ ਰੁਪਏ ਖਰਚ ਕਰ ਰਹੀ ਹੈ। ਡੰਡੀ ਸਟਾਰਟ ਹਾਲ
ਹੀ ਦੇ ਦਿਨਾਂ 'ਚ ਭਾਰਤ ਸਰਕਾਰ 'ਚ ਬੈਠੇ ਲੋਕਾਂ, ਸੱਤਾਧਾਰੀ ਪਾਰਟੀ ਦੇ ਰਾਜਨੀਤੀਕਾਰਾਂ ਅਤੇ ਸਮਾਜ ਦੇ ਇੱਕ ਖਾਸ ਰੁਝਾਨ ਵਾਲੇ ਵਰਗ ਦੇ ਤਰਕਾਂ ਨੂੰ ਦੇਖ ਕੇ ਲੱਗਦਾ ਹੈ ਕਿ ਵਿਚਾਰਕ ਪ੍ਰਤੀਬੱਧਤਾ ਕਾਰਨ ਵਿਅਕਤੀ ਆਪਣੇ ਜੇਤੂ ਭਾਵ ਦੇ ਮੁਜ਼ਾਹਰੇ ਲਈ ਸੋਚ ਦੇ ਪੱਧਰ 'ਤੇ ਅਪਰਾਧਿਕ ਜੜਤਾ ਦਾ ਸ਼ਿਕਾਰ ਹੋ ਜਾਂਦਾ ਹੈ। ਡੰਡੀ ਸੱਚ ਪਤਾ ਲਗਾਉਣ ਦਾ ਸਭ ਤੋਂ ਪ੍ਰਮਾਣਿਕ ਢੰਗ ਹੈ ਉਸ ਦੇ ਤਰਕ ਵਾਕਾਂ ਦੇ ਆਧਾਰ 'ਤੇ ਸਿੱਟਾ ਨਿਕਲਣਾ। ਡੰਡੀ ਕਿ ਇਹ ਸੱਚ ਨਹੀਂ ਹੈ ਕਿ ਜਿੱਥੇ ਅਮਰੀਕਾ ਅਤੇ ਯੂਰਪ ਦੇ ਦੇਸ਼ ਬੀਤੇ ਨਵੰਬਰ ਮਹੀਨੇ 'ਚ ਟੀਕਾ ਨਿਰਮਾਤਾ ਕੰਪਨੀਆਂ ਨੂੰ ਆਪਣੀ ਆਬਾਦੀ ਤੋਂ 3 ਗੁਣਾ ਟੀਕੇ ਖਰੀਦਣ ਦਾ ਆਰਡਰ ਦੇ ਚੁੱਕੇ ਸਨ, ਉੱਥੇ ਭਾਰਤ ਸਰਕਾਰ ਨੇ ਆਪਣਾ ਪਹਿਲਾ ਆਰਡਰ ਜਨਵਰੀ 'ਚ ਕੋਵਿਡਸ਼ੀਲਡ ਬਣਾਉਣ ਵਾਲੇ ਸੀਰਮ ਇੰਸਟੀਚਿਊਟ ਨੂੰ ਅਤੇ ਉਹ ਵੀ ਸਿਰਫ 1.1 ਕਰੋੜ ਟੀਕਿਆਂ ਦਾ ਦਿੱਤਾ ਸੀ ਅਤੇ ਕੋਵੈਕਸੀਨ ਦੇ ਨਿਰਮਾਤਾ ਭਾਰਤ ਬਾਇਓਟੈਕ ਨੂੰ 55 ਲੱਖ ਟੀਕਿਆਂ ਦਾ ਦਿੱਤਾ ਸੀ ਅਤੇ ਇਹਨਾਂ ਕੰਪਨੀਆਂ ਨੂੰ ਇਹ ਵੀ ਨਹੀਂ ਭਰੋਸਾ ਦਿੱਤਾ ਗਿਆ ਕਿ ਅਗਲਾ ਆਰਡਰ ਕਦੋਂ ਅਤੇ ਕਿੰਨਾ ਹੋਵੇਗਾ। ਪ੍ਰਸ਼ਨ ਚਿੰਨ੍ਹ ਪੈਰਾ ਕਿ ਇਹ ਸੱਚ ਨਹੀਂ ਹੈ ਕਿ 28 ਜਨਵਰੀ ਨੂੰ ਦੇਵੋਸ ਵਿਸ਼ਵ ਆਰਥਿਕ ਸੰਮੇਲਨ 'ਚ ਦੁਨੀਆ ਦੇ ਨੇਤਾਵਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਅਤੇ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਕੀ ਕਿਹਾ ਸੀ। ਪ੍ਰਸ਼ਨ ਚਿੰਨ੍ਹ ਭਵਿੱਖਬਾਣੀ ਕੀਤੀ ਗਈ ਸੀ ਕਿ ਪੂਰੀ ਦੁਨੀਆ 'ਚ ਕਰੋਨਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਭਾਰਤ ਹੋਵੇਗਾ। ਡੰਡੀ ਕਿਹਾ ਗਿਆ ਕਿ ਭਾਰਤ 'ਚ ਕਰੋਨਾ ਇਨਫੈਕਸ਼ਨ ਦੀ ਸੁਨਾਮੀ ਆਵੇਗੀ। ਕਿਸੇ ਨੇ 700-800 ਮਿਲੀਅਨ ਭਾਰਤੀਆਂ ਨੂੰ ਕਰੋਨਾ ਹੋਣ ਦੀ ਗੱਲ ਕਹੀ ਤੇ ਕਿਸੇ ਨੇ ਮਿਲੀਅਨ ਲੋਕਾਂ ਦੀ ਮੌਤ ਦਾ ਖਦਸ਼ਾ ਪ੍ਰਗਟਾਇਆ, ਪਰ ਅਸੀਂ ਕੋਵਿਡ ਸਪੈਸੀਫਿਕ ਇਨਫਰਾਸਟਰਕਚਰ 'ਤੇ ਜ਼ੋਰ ਲਗਾਇਆ, ਮਨੁੱਖੀ ਸਰੋਤਾਂ ਨੂੰ ਕਰੋਨਾ ਨਾਲ ਲੜਨ ਲਈ ਟ੍ਰੇਨਡ ਕੀਤਾ, ਕਰੋਨਾ ਦੇ ਵਿਰੁੱਧ ਲੜਾਈ ਨੂੰ ਇੱਕ ਲੋਕ ਅੰਦੋਲਨ 'ਚ ਬਦਲ ਦਿੱਤਾ। ਡੰਡੀ ਅੱਜ ਭਾਰਤ ਦੁਨੀਆ ਦੇ ਉਹਨਾਂ ਦੇਸ਼ਾਂ 'ਚ ਸ਼ਾਮਲ ਹੈ ਜੋ ਆਪਣੇ ਨਾਗਰਿਕਾਂ ਦੀਆਂ ਵੱਧ ਤੋਂ ਵੱਧ ਜ਼ਿੰਦਗੀਆਂ ਬਚਾਉਣ 'ਚ ਸਫਲ ਰਹੇ ਹਨ। ਡੰਡੀ ਜਿਹੜੇ ਦੇਸ਼ 'ਚ ਵਿਸ਼ਵ ਦੀ 80% ਆਬਾਦੀ ਰਹਿੰਦੀ ਹੋਵੇਗੀ, ਉਸ ਨੇ ਕਰੋਨਾ 'ਤੇ ਪ੍ਰਭਾਵੀ ਕੰਟਰੋਲ ਕਰਕੇ ਪੂਰੀ ਦੁਨੀਆ ਨੂੰ ਮਨੁੱਖਤਾ ਦੀ ਵੱਡੀ ਤਰਾਸਦੀ ਤੋਂ ਬਚਾਇਆ ਹੈ। ਡੰਡੀ ਇਹ ਭਾਰਤ ਹੀ ਹੈ ਜਿਸ ਨੇ ਪੂਰੀ ਦੁਨੀਆ 'ਚ ਸਭ ਤੋਂ ਵੱਡਾ ਕਰੋਨਾ ਵੈਕਸੀਨੇਸ਼ਨ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੈ। ਡੰਡੀ ਅਗਲੇ ਕੁਝ ਮਹੀਨਿਆਂ 'ਚ ਅਸੀਂ ਆਪਣੇ 30 ਕਰੋੜ ਲੋਕਾਂ ਨੂੰ ਟੀਕਾ ਲਗਾ ਚੁੱਕੇ ਹੋਵਾਂਗੇ। ਡੰਡੀ ਭਾਰਤ ਦੀ ਟ੍ਰੈਡੀਸ਼ਨਲ ਮੈਡੀਸਨ ਕਿਵੇਂ ਇਮਿਊਨਿਟੀ ਵਧਾਉਣ 'ਚ ਸਹਾਇਕ ਹੈ, ਅਸੀਂ ਦੁਨੀਆ ਨੂੰ ਇਸ ਬਾਰੇ ਗਾਈਡ ਵੀ ਕੀਤਾ। ਪ੍ਰਸ਼ਨ ਚਿੰਨ੍ਹ ਪ੍ਰਧਾਨ ਮੰਤਰੀ ਦੇ ਇਸ ਦਾਅਵੇ ਤੋਂ ਭੈੜਾ ਅਸਰ ਇਹ ਰਿਹਾ ਕਿ ਅਗਲੇ 3 ਹਫ਼ਤਿਆਂ 'ਚ ਦੇਸ਼ ਦੇ ਸਿਹਤ ਮੰਤਰੀ ਨੇ ਰਾਮਦੇਵ ਦੇ ਨਾਲ ਖੜ੍ਹੇ ਹੋ ਕੇ ਇਸ ਬਾਬਾ ਵਪਾਰੀ ਵੱਲੋਂ ਬਣਾਈ ਗਈ ਇੱਕ ਅਖੌਤੀ ਆਯੁਰਵੈਦਿਕ ਦਵਾਈ ਕਰੋਨਾਨੀਲ ਨੂੰ ਲਾਂਚ ਕਰ ਦਿੱਤਾ। ਡੰਡੀ ਸੱਤਾ ਦੇ ਗਲਿਆਰੇ 'ਚ ਦੂਸਰਾ ਭੈੜਾ ਅਸਰ ਇਹ ਰਿਹਾ ਕਿ ਇਸ ਦੇ 2.5 ਮਹੀਨੇ ਬਾਅਦ ਵਿਗਿਆਨ ਦਾ ਵੀ ਨਾ ਜਾਣਨ ਵਾਲਾ ਗੇਰੂਧਾਰੀ ਪੂਰੇ ਐਲੋਪੈਥਿਕ ਸਿਸਟਮ ਨੂੰ ਚੁਣੌਤੀ ਦਿੰਦਾ ਹੈ। ਡੰਡੀ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਹਰ ਵਾਕ
ਆਤਮ ਮੁਕਤਤਾ ਦਾ ਮੁਜ਼ਾਹਰਾ ਕਰਦਾ ਹੈ ਡੰਡੀ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਦੂਸਰੀ ਲਹਿਰ ਭਾਰਤ 'ਚ ਧਮਾਕੇਦਾਰ ਦਸਤਕ ਦੇ ਚੁੱਕੀ ਹੈ। ਪ੍ਰਸ਼ਨ ਚਿੰਨ੍ਹ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ 30 ਕਰੋੜ ਬਜ਼ੁਰਗਾਂ ਨੂੰ ਕੁਝ ਮਹੀਨਿਆਂ 'ਚ ਟੀਕਾ ਲਗਾਉਣ ਲਈ 60 ਕਰੋੜ ਟੀਕਿਆਂ ਦਾ ਆਰਡਰ ਦੇਣਾ ਹੋਵੇਗਾ ਡੰਡੀ। ਹਕੀਕਤ ਇਹ ਸੀ ਕਿ ਅਗਲੇ 2 ਮਹੀਨਿਆਂ ਬਾਅਦ ਭਾਵ ਮਾਰਚ 'ਚੋਂ ਜੋ ਆਰਡਰ ਦਿੱਤਾ ਗਿਆ ਉਹ ਵੀ ਸਿਰਫ 11 ਕਰੋੜ ਦਾ ਸੀ ਡੰਡੀ। ਸਟਾਰਟ। ਪਬਲਿਕ ਅਕਾਊਂਟਸ ਕਮੇਟੀਆਂ ਵੱਲੋਂ ਲਗਾਇਆ ਗਿਆ ਇਹ ਦੋਸ਼ ਕਿ ਖਾਦਾਂ ਦੀ ਮੰਗ ਬਾਰੇ ਲਾਇਆ ਗਿਆ ਅਨੁਮਾਨ ਹਰ ਸਾਲ ਲੋੜ ਤੋਂ ਵਧੇਰੇ ਸਾਬਤ ਹੁੰਦਾ ਰਿਹਾ ਹੈ ਬਹੁਤ ਗੰਭੀਰ ਹੈ ਡੰਡੀ। 6ਵੀਂ 5 ਸਾਲਾ ਯੋਜਨਾ ਲਈ ਖਾਦਾਂ ਦੀ ਪੈਦਾਵਾਰ ਵਧਾਉਣ ਲਈ 23.67 ਕਰੋੜ ਰੁਪਏ ਦੀ ਰਕਮ ਰੱਖੀ ਗਈ ਹੈ ਜਿਸ ਦਾ ਆਧਾਰ ਇਹ ਹੈ ਕਿ 1984-85 ਵਿੱਚ ਖਾਦਾਂ ਦੀ ਮੰਗ ਵਿੱਚ 80% ਵਾਧਾ ਹੋ ਜਾਵੇਗਾ ਡੰਡੀ। ਕਮੇਟੀ ਨੇ ਸਿੱਟਾ ਕੱਢਿਆ ਹੈ ਕਿ ਖਾਦਾਂ ਦੀ ਮੰਗ ਵਿੱਚ ਵਾਧੇ ਦਾ ਆਧਾਰ ਠੋਸ ਅੰਕੜਿਆਂ ਉੱਤੇ ਨਹੀਂ ਰੱਖਿਆ ਗਿਆ ਡੰਡੀ। ਯੋਜਨਾ ਵਿੱਚ ਰੱਖੀ ਗਈ ਪੂੰਜੀ ਦੇਸ਼ ਦੇ ਅੰਦਰ ਖਾਦ ਦੀ ਪੈਦਾਵਾਰ ਵਧਾਉਣ ਲਈ ਰਾਖਵੀਂ ਕੀਤੀ ਗਈ ਹੈ ਪਰ ਪਿਛਲੇ ਮਾਲੀ ਸਾਲ ਵਿੱਚ 10 ਅਰਬ ਰੁਪਏ ਦਾ ਕੀਮਤੀ ਵਿਦੇਸ਼ੀ ਸਿੱਕਾ ਬਾਹਰੋਂ ਖਾਦ ਮੰਗਵਾਉਣ ਉੱਤੇ ਖਰਚ ਕੀਤਾ ਗਿਆ ਜੋ ਕਿ ਵਿਦੇਸ਼ੀ ਵਪਾਰ ਵਿੱਚ ਕੁੱਲ ਘਾਟੇ ਦਾ 25% ਹਿੱਸਾ ਹੈ ਡੰਡੀ। ਇਸ ਕੰਮ ਉੱਤੇ ਲਗਾਈ ਗਈ ਪੂੰਜੀ ਦੀ ਰਕਮ ਪੈਦਾਵਾਰ ਦੇ ਮੁਕਾਬਲੇ ਵਿੱਚ ਬਹੁਤ ਭਾਰੀ ਹੈ ਡੰਡੀ। ਮਿਸਾਲ ਵਜੋਂ ਜੋ ਪਬਲਿਕ ਸੈਕਟਰ ਯੂਨਿਟਾਂ ਨਾਈਟ੍ਰੋਜਨ ਵਾਲੀਆਂ ਖਾਦਾਂ ਤਿਆਰ ਕਰਦੀਆਂ ਹਨ ਉਹਨਾਂ ਨੂੰ 1977-78 ਵਿੱਚ ਆਪਣੀ ਕੁੱਲ ਸਮਰੱਥਾ ਦਾ 59% ਹਿੱਸਾ ਕੰਮ ਵਿੱਚ ਲਿਆਂਦਾ ਸੀ ਡੰਡੀ। ਪਿਛਲੇ ਸਾਲ ਉਹਨਾਂ ਦੀ ਸਮਰੱਥਾ ਵਿੱਚ ਹੋਰ ਵੀ ਕਮੀ ਆਈ ਡੰਡੀ। ਬਾਹਰੋਂ ਮੰਗਵਾਈ ਜਾਣ ਵਾਲੀ ਖਾਦ ਦੀ ਮਾਤਰਾ ਦੇਸ਼ ਵਿੱਚ ਹੋਣ ਵਾਲੀ ਪੈਦਾਵਾਰ ਦੇ ਅਨੁਪਾਤ ਵਿੱਚ ਵੱਧਦੀ ਗਈ ਡੰਡੀ। ਇਹਨਾਂ ਹਾਲਾਤਾਂ ਵਿੱਚ ਸਰਕਾਰ ਨੂੰ ਖਾਦਾਂ ਦੀ ਪੈਦਾਵਾਰ ਨੂੰ ਵਧਾਉਣ ਦੀ ਸਮਰੱਥਾ ਵਿੱਚ ਹੋਰ ਵਾਧਾ ਕਰਨ ਲਈ ਵਧੇਰੇ ਖਰਚ ਕਰਨਾ ਪਿਆ ਡੰਡੀ। ਹੋਰ ਵੀ ਅਫਸੋਸਨਾਕ ਗੱਲ ਇਹ ਹੈ ਕਿ ਇਹ ਪੂੰਜੀ ਇਸ ਸਨਅਤ ਦੇ ਵਿੱਚੋਂ ਪੈਦਾ ਨਹੀਂ ਕੀਤੀ ਗਈ ਕਿਉਂਕਿ ਇਸ ਕੰਮ ਵਿੱਚ ਲੱਗੇ ਹੋਏ ਪਬਲਿਕ ਸੈਕਟਰ ਯੂਨਿਟ ਹਰ ਸਾਲ ਘਾਟਾ ਪਾਉਂਦੇ ਰਹੇ ਡੰਡੀ। 5 ਅਜਿਹੇ ਯੂਨਿਟਾਂ ਨੇ 1979-80 ਵਿੱਚ 1 ਅਰਬ ਰੁਪਏ ਦਾ ਘਾਟਾ ਖਾਧਾ ਜਿਸ ਦਾ ਕਾਰਨ ਇਹਨਾਂ ਦੀਆਂ ਕੀਮਤਾਂ ਨਿਸ਼ਚਿਤ ਕਰਨ ਦੀ ਗਲਤ ਨੀਤੀ ਸੀ ਡੰਡੀ। ਪਰ ਇਹ ਹਾਲਤ ਖਾਦਾਂ ਦੀ ਮੰਗ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨ ਦੇ ਕਾਰਨ ਪੈਦਾ ਹੋਈ ਅਤੇ ਦੂਸਰਾ ਕਾਰਨ ਉਹਨਾਂ ਦੀ ਵਰਤੋਂ ਦਾ ਵੀ ਹੈ ਡੰਡੀ। ਸਾਰੇ ਦੇਸ਼ ਵਿੱਚ ਸਮੁੱਚੇ ਤੌਰ 'ਤੇ ਖਾਦਾਂ ਦੀ ਵਰਤੋਂ ਲੋੜ ਦੇ ਅਨੁਸਾਰ ਨਹੀਂ ਕੀਤੀ ਗਈ ਡੰਡੀ। ਖਾਦਾਂ ਦੀ ਖਪਤ ਦੀ ਸਰਬ ਹਿੰਦ ਔਸਤ 31 ਕਿਲੋਗ੍ਰਾਮ ਪ੍ਰਤੀ ਹੈਕਟਰ ਹੈ ਜੋ ਕਿ ਦੁਨੀਆ ਦੀ ਔਸਤ ਖਪਤ 68 ਕਿਲੋਗ੍ਰਾਮ ਦੇ ਮੁਕਾਬਲੇ ਵਿੱਚ ਬਹੁਤ ਥੋੜ੍ਹੀ ਹੈ ਡੰਡੀ। ਪਰ ਜੇ ਪੰਜਾਬ ਨੂੰ ਵੱਖਰੇ ਤੌਰ 'ਤੇ ਲਿਆ ਜਾਵੇ ਤਾਂ ਇਸ ਦੀ ਔਸਤ ਖਪਤ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ ਡੰਡੀ। ਪੰਜਾਬ ਵਿੱਚ ਔਸਤ 108 ਕਿਲੋਗ੍ਰਾਮ ਪ੍ਰਤੀ ਹੈਕਟਰ ਹੈ ਜੋ ਕਿ ਅਮਰੀਕਾ ਦੀ 99 ਕਿਲੋਗ੍ਰਾਮ ਦੀ ਔਸਤ ਤੋਂ ਵੀ ਵੱਧ ਹੈ ਡੰਡੀ। ਪੰਜਾਬ ਵਿੱਚ ਖਾਦਾਂ ਦੀ ਇਸ ਖਪਤ ਦਾ ਇੱਕ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਇਸ ਦੀ ਪ੍ਰਤੀ ਹੈਕਟਰ
ਕਣਕ ਦੀ ਪੈਦਾਵਾਰ ਸਾਰੇ ਦੇਸ਼ ਵਿੱਚ ਜ਼ਿਆਦਾ ਹੈ। ਡੰਡੀ। ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਦਿੱਤੀਆਂ ਗਈਆਂ ਚੇਤਾਵਨੀਆਂ ਅਤੇ ਧਮਕੀਆਂ ਦੇ ਬਾਵਜੂਦ ਦੇਸ਼ ਵਿੱਚ ਹਜ਼ਾਰਾਂ ਵਪਾਰੀਆਂ ਨੇ ਜ਼ਖੀਰੇਬਾਜ਼ੀ ਅਤੇ ਮੁਨਾਫਾਖੋਰੀ ਕਰਨ ਉੱਤੇ ਡਟੇ ਰਹਿਣ ਦਾ ਸਬੂਤ ਦਿੱਤਾ ਹੈ। ਡੰਡੀ। ਆਵਸ਼ਕ ਵਸਤਾਂ ਪ੍ਰਾਪਤੀ ਕਾਨੂੰਨ ਅਤੇ ਕਾਨੂੰਨਾਂ ਰਾਹੀਂ ਹੀ ਜੋ ਮੁਕੱਦਮੇ ਚਲਾਏ ਜਾਂਦੇ ਹਨ ਉਹ ਕਈ ਤਰੁੱਟੀਆਂ ਕਾਰਨ ਆਮ ਤੌਰ 'ਤੇ ਸਫਲ ਨਹੀਂ ਰਹਿੰਦੇ। ਡੰਡੀ। ਸਿੱਟਾ ਇਹ ਹੁੰਦਾ ਹੈ ਕਿ ਦੇਸੀ ਵਪਾਰੀ ਆਮ ਤੌਰ 'ਤੇ ਬਚ ਕੇ ਨਿਕਲ ਜਾਂਦੇ ਹਨ। ਡੰਡੀ। ਪਿਛਲੇ ਮਹੀਨੇ ਸਰਕਾਰ ਨੇ ਆਵਸ਼ਕ ਵਸਤੂ ਕਾਨੂੰਨ ਵਿੱਚ ਸੋਧ ਕਰਨ ਲਈ ਅਤੇ ਕਾਨੂੰਨ ਦੀਆਂ ਤਰੁੱਟੀਆਂ ਦੂਰ ਕਰਨ ਲਈ ਵਧੇਰੇ ਅਧਿਕਾਰ ਪ੍ਰਾਪਤ ਕਰਨ ਵਾਸਤੇ ਬਿੱਲ ਪੇਸ਼ ਕੀਤਾ ਸੀ ਤਾਂ ਜੋ ਬਲੈਕ ਮਾਰਕੀਟੀਆਂ ਅਤੇ ਦੂਜੇ ਲਾਲਚੀ ਵਪਾਰੀਆਂ ਨਾਲ ਚੰਗੀ ਤਰ੍ਹਾਂ ਨਿਪਟਿਆ ਜਾ ਸਕੇ। ਡੰਡੀ। ਇਸ ਬਿੱਲ ਦੁਆਰਾ ਸਰਕਾਰ ਨੂੰ ਇਹ ਕਾਨੂੰਨੀ ਅਧਿਕਾਰ ਮਿਲ ਜਾਵੇਗਾ ਕਿ ਅਜਿਹੇ ਵਪਾਰੀਆਂ ਉੱਤੇ ਵਿਸ਼ੇਸ਼ ਅਦਾਲਤਾਂ ਰਾਹੀਂ ਤੁਰੰਤ ਸੁਣਵਾਈ ਵਾਲੇ ਮੁਕੱਦਮੇ ਚਲਾਏ ਜਾ ਸਕਣ ਅਤੇ ਅਜਿਹੇ ਅਪਰਾਧਾਂ ਵਿੱਚ ਜ਼ਮਾਨਤ ਦੀ ਵਿਵਸਥਾ ਖਤਮ ਕਰ ਦਿੱਤੀ ਜਾਵੇ ਅਤੇ ਘੱਟੋ ਘੱਟ ਸਜ਼ਾ 3 ਮਹੀਨੇ ਕੈਦ ਦੀ ਨਿਸ਼ਚਿਤ ਕੀਤੀ ਜਾਵੇ। ਡੰਡੀ। ਸੁਭਾਵਿਕ ਹੀ ਇਸ ਦਾ ਮੰਤਵ ਕੁਝ ਬੇਕਿਰਕ ਕਿਸਮ ਦੇ ਵਪਾਰੀਆਂ ਨਾਲ ਸਖਤੀ ਨਾਲ ਨਿਪਟਣ ਦਾ ਹੈ ਤਾਂ ਜੋ ਉਹਨਾਂ ਨੂੰ ਵੱਖ-ਵੱਖ ਕਿਸਮ ਦੇ ਅਪਰਾਧਾਂ ਤੋਂ ਰੋਕਿਆ ਜਾ ਸਕੇ। ਡੰਡੀ। ਇਸ ਸਬੰਧ ਵਿੱਚ ਸਭ ਤੋਂ ਵੱਧ ਨੁਕਸਾਨ ਖਪਤਕਾਰਾਂ ਨੂੰ ਪੁੱਜਦਾ ਹੈ ਜੋ ਆਪਣੇ ਇਹਨਾਂ ਵਿਰੋਧੀਆਂ ਨਾਲ ਨਿਪਟਣ ਲਈ ਇਕੱਠੇ ਨਹੀਂ ਹੋ ਸਕਦੇ। ਡੰਡੀ। ਵਪਾਰੀਆਂ ਨੇ ਭਾਰਤ ਬੰਦ ਕਰਕੇ ਪ੍ਰਸਤਾਵਿਤ ਕਾਨੂੰਨ ਦੇ ਵਿਰੁੱਧ ਰੋਸ ਪ੍ਰਗਟ ਕੀਤਾ ਅਤੇ ਇਸ ਗੱਲ ਦੀ ਕੋਈ ਪਰਵਾਹ ਨਾ ਕੀਤੀ ਕਿ ਮੰਡੀਆਂ ਵਿੱਚ ਚੱਲ ਰਹੇ ਕਾਰੋਬਾਰ ਵਿੱਚ ਇਸ ਸਾਲ ਗੜਬੜ ਫੈਲ ਜਾਵੇਗੀ। ਡੰਡੀ। ਕੋਈ 15 ਲੱਖ ਅਨਾਜ ਦੇ ਥੋਕ ਵਪਾਰੀਆਂ ਅਤੇ ਕੋਈ 35 ਲੱਖ ਦੂਜੀਆਂ ਵਸਤਾਂ ਦੇ ਵਪਾਰੀਆਂ ਨੇ ਇਸ ਵਿੱਚ ਭਾਗ ਲਿਆ ਜਿਸ ਦੇ ਪੂਰੀ ਤਰ੍ਹਾਂ ਸਫਲ ਹੋਣ ਦਾ ਦਾਅਵਾ ਵਪਾਰੀਆਂ ਵੱਲੋਂ ਕੀਤਾ ਗਿਆ ਹੈ। ਡੰਡੀ। ਉਹਨਾਂ ਦਾ ਕਹਿਣਾ ਹੈ ਕਿ ਕਾਨੂੰਨ ਵਿੱਚ ਕੀਤੀਆਂ ਜਾਣ ਵਾਲੀਆਂ ਸੋਧਾਂ ਬੇਲੋੜੀਆਂ ਹਨ ਕਿਉਂਕਿ ਇਹਨਾਂ ਭੈੜੇ ਕੰਮਾਂ ਵਿੱਚ ਲੱਗੇ ਹੋਏ ਵਪਾਰੀਆਂ ਨਾਲ ਨਿਪਟਣ ਲਈ ਸਰਕਾਰ ਕੋਲ ਪਹਿਲਾਂ ਹੀ ਕਾਫੀ ਅਧਿਕਾਰ ਮੌਜੂਦ ਹਨ। ਡੰਡੀ। ਪੈਰਾ। ਵਪਾਰੀਆਂ ਦੇ ਇਸ ਦਾਅਵੇ ਵਿੱਚ ਇਹੋ ਤਰੁੱਟੀ ਹੈ। ਡੰਡੀ। ਇਸ ਤੋਂ ਪਹਿਲਾਂ ਸਰਕਾਰ ਕੋਲ ਜੋ ਅਧਿਕਾਰ ਪ੍ਰਾਪਤ ਹਨ ਉਹਨਾਂ ਦੀ ਵਰਤੋਂ ਨਾਲ ਵਪਾਰੀਆਂ ਨਾਲ ਚੰਗੀ ਤਰ੍ਹਾਂ ਨਿਪਟਿਆ ਜਾ ਸਕਿਆ ਅਤੇ ਉਹ ਇਹਨਾਂ ਤਰੁੱਟੀਆਂ ਦਾ ਗਲਤ ਲਾਭ ਪ੍ਰਾਪਤ ਕਰਦੇ ਰਹੇ ਹਨ। ਡੰਡੀ। ਇਸੇ ਲਈ ਸਰਕਾਰ ਨੇ ਜ਼ਰੂਰੀ ਸਮਝਿਆ ਹੈ ਕਿ ਹੋਰ ਅਧਿਕਾਰ ਪ੍ਰਾਪਤ ਕੀਤੇ ਜਾਣ। ਡੰਡੀ। ਇਹਨਾਂ ਨੂੰ ਵਪਾਰੀ ਤਾਨਾਸ਼ਾਹੀ ਕਾਨੂੰਨ ਕਹਿੰਦੇ ਹਨ। ਡੰਡੀ। ਵਪਾਰੀਆਂ ਵੱਲੋਂ ਪ੍ਰਗਟ ਕੀਤਾ ਜਾ ਰਿਹਾ ਇਹ ਡਰ ਵੀ ਨਿਰਾਧਾਰ ਹੈ ਕਿ ਫਿਰ ਨਵੇਂ ਕਾਨੂੰਨ ਦੇ ਲਾਗੂ ਹੋਣ ਨਾਲ ਥੋਕ ਅਤੇ ਪ੍ਰਚੂਨ ਵਪਾਰੀ ਤੀਜੇ ਦਰਜੇ ਦੇ ਸ਼ਹਿਰੀ ਬਣ ਕੇ ਰਹਿ ਜਾਣਗੇ। ਡੰਡੀ। ਸਟਾਰਟ। 30 ਮਈ ਨੂੰ ਭਾਰਤ 'ਚ ਹਿੰਦੀ ਪੱਤਰਕਾਰਤਾ ਦਿਵਸ ਮਨਾਇਆ ਜਾਂਦਾ ਹੈ। ਡੰਡੀ। ਇਸੇ ਦਿਨ ਕਲਕੱਤਾ ਤੋਂ 1826 'ਚ ਭਾਵ 195 ਸਾਲ ਪਹਿਲਾਂ ਹਿੰਦੀ ਦੀ ਪਹਿਲੀ ਅਖਬਾਰ ਉਦੰਤ ਮਾਰਤੰਡ ਪ੍ਰਕਾਸ਼ਿਤ ਹੋਈ ਸੀ। ਡੰਡੀ। ਇਸ ਦੇ ਪ੍ਰਕਾਸ਼ਕ ਅਤੇ ਸੰਪਾਦਕ ਸ਼੍ਰੀ ਯੁਗਲ ਕਿਸ਼ੋਰ
शुक्ल सन डंडी। ओ हफ्तावारी अखबार से डंडी। उस दियां 500 कापियां छपदियां सन, पर अज हिंदी दियां अखबारां दियां ਲੱਖਾਂ ਕਾਪੀਆਂ ਛਪਦੀਆਂ ਹਨ ਡੰਡੀ। ਇਹ ਪਹਿਲੀ ਹਿੰਦੀ ਅਖਬਾਰ ਗੈਰ ਹਿੰਦੀ ਭਾਸ਼ੀ ਬੰਗਾਲ ਸੂਬੇ 'ਚੋਂ ਨਿਕਲੀ ਸੀ ਡੰਡੀ। ਦੇਸ਼ 'ਚ ਅੰਗਰੇਜ਼ੀ ਦਾ ਰੁਤਬਾ ਜ਼ਰੂਰ ਬੜਾ ਭਾਰੀ ਹੈ ਡੰਡੀ। ਉਸ ਦਾ ਮੂਲ ਕਾਰਨ ਸਾਡੇ ਬੁੱਧੀਜੀਵੀਆਂ, ਨੌਕਰਸ਼ਾਹਾਂ ਅਤੇ ਨੇਤਾਵਾਂ ਦੀ ਦਿਮਾਗੀ ਗੁਲਾਮੀ ਹੈ। ਪਰ ਅੰਗਰੇਜ਼ੀ ਅਖਬਾਰਾਂ ਦੀ ਪਾਠਕ ਗਿਣਤੀ ਦੇਸ਼ 'ਚ ਸਿਰਫ 5 ਕਰੋੜ ਦੇ ਲਗਭਗ ਹੈ, ਜਦਕਿ ਹਿੰਦੀ ਪਾਠਕਾਂ ਦੀ ਗਿਣਤੀ 20 ਕਰੋੜ ਤੋਂ ਵੀ ਵੱਧ ਹੈ ਡੰਡੀ। ਇਹ ਤਾਂ ਸਰਕਾਰੀ ਅੰਕੜਾ ਹੈ, ਪਰ ਤੁਸੀਂ ਜੇਕਰ ਕਸਬਿਆਂ ਅਤੇ ਪਿੰਡਾਂ 'ਚ ਚਲੇ ਜਾਵੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇੱਕ ਹਿੰਦੀ ਅਖਬਾਰ ਨੂੰ ਮੰਗ ਕੇ ਦਰਜਨਾਂ ਲੋਕ ਪੜ੍ਹਦੇ ਹਨ, ਜਦਕਿ ਅੰਗਰੇਜ਼ੀ ਅਖਬਾਰਾਂ ਨੂੰ ਘਰ ਦੀਆਂ ਔਰਤਾਂ ਅਤੇ ਬੱਚੇ ਵੀ ਨਹੀਂ ਪੜ੍ਹਦੇ ਡੰਡੀ। ਹਿੰਦੀ ਅਖਬਾਰਾਂ ਤੇ ਹਿੰਦੀ ਪੱਤਰਕਾਰਾਂ ਨੇ ਗੁਲਾਮ ਭਾਰਤ 'ਚ ਜੋ ਕੁਰਬਾਨੀਆਂ ਕੀਤੀਆਂ ਸਨ, ਉਹਨਾਂ ਦਾ ਪ੍ਰਮਾਣਿਕ ਬਿਉਰਾ ਮੇਰੇ ਗ੍ਰੰਥ ਹਿੰਦੀ ਪੱਤਰਕਾਰਤਾ ਵਿਵਧ ਆਯਾਮ 'ਚ ਵਿਸਥਾਰ ਨਾਲ ਦਿੱਤਾ ਗਿਆ ਹੈ ਡੰਡੀ। ਖੁਦ ਮਹਾਤਮਾ ਗਾਂਧੀ ਮੰਨਦੇ ਸਨ ਕਿ ਗੁਲਾਮੀ ਅੰਦੋਲਨ 'ਚ ਹਿੰਦੀ ਪੱਤਰਕਾਰਤਾ ਦਾ ਬੜਾ ਸ਼ਾਨਦਾਰ ਯੋਗਦਾਨ ਸੀ ਡੰਡੀ। ਇਹ ਠੀਕ ਹੈ ਕਿ ਐਮਰਜੈਂਸੀ ਦੌਰਾਨ ਅਖਬਾਰਾਂ ਦਾ ਗਲਾ ਘੁੱਟ ਦਿੱਤਾ ਗਿਆ ਸੀ ਡੰਡੀ। ਇਸ ਲਈ ਜਦੋਂ ਜੂਨ 1976 'ਚ ਰਾਸ਼ਟਰਪਤੀ ਭਵਨ 'ਚ ਮੇਰੇ ਗ੍ਰੰਥ ਦੀ ਕੁੰਡ ਚੁਕਾਈ ਹੋਈ ਤਾਂ ਮੈਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਇਲਾਵਾ ਦੇਸ਼ ਅਤੇ ਕਾਂਗਰਸ ਦੇ ਲਗਭਗ ਸਾਰੇ ਚੋਟੀ ਦੇ ਨੇਤਾਵਾਂ ਨੂੰ ਸੱਦਿਆ ਸੀ ਡੰਡੀ। ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਦਰਜਨਾਂ ਕੇਂਦਰੀ ਮੰਤਰੀਆਂ ਅਤੇ ਸੰਸਦ ਮੈਂਬਰਾਂ ਦੀ ਹਾਜ਼ਰੀ 'ਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ 'ਤੇ ਜ਼ੋਰ ਦਿੱਤਾ ਗਿਆ ਸੀ ਡੰਡੀ। ਅੱਜ ਵੀ ਦੇਸ਼ 'ਚ ਘੁਟਨ ਦਾ ਮਾਹੌਲ ਹੈ, ਪਰ ਅਜਿਹੀਆਂ ਕਈ ਅਖਬਾਰਾਂ ਅਤੇ ਪੱਤਰਕਾਰ ਹਨ ਜੋ ਸਾਰੇ ਦਬਾਵਾਂ ਦੇ ਬਾਵਜੂਦ ਈਮਾਨ ਦੀ ਗੱਲ ਕਹਿਣ ਤੋਂ ਝਿਜਕਦੇ ਨਹੀਂ ਡੰਡੀ। ਕੋਈ ਸਰਕਾਰ ਉਹਨਾਂ ਦਾ ਕੁਝ ਵੀ ਨਹੀਂ ਵਿਗਾੜ ਸਕਦੀ ਡੰਡੀ। ਜੋ ਡਰੇ ਹੋਏ ਹਨ ਉਹ ਡਰਦੇ ਹਨ ਆਪਣੇ ਸਵਾਰਥਾਂ ਦੇ ਕਾਰਨ ਡੰਡੀ। ਹਿੰਦੀ ਦੀਆਂ ਕੁਝ ਵੱਡੀਆਂ ਅਖਬਾਰਾਂ ਸੱਚਮੁੱਚ ਸਵੈਮਾਨ ਹਨ, ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੰਦੀਆਂ ਹਨ ਡੰਡੀ। ਕੁਝ ਹਿੰਦੀ ਦੀਆਂ ਵੱਡੀਆਂ ਅਖਬਾਰਾਂ ਤਾਂ ਅਜਿਹੀਆਂ ਹਨ ਜਿਨ੍ਹਾਂ ਦੀ ਸਪਸ਼ਟਤਾ ਦਾ ਮੁਕਾਬਲਾ ਅੰਗਰੇਜ਼ੀ ਅਖਬਾਰਾਂ ਕਰ ਹੀ ਨਹੀਂ ਸਕਦੀਆਂ, ਅਤੇ ਦੇਸ਼ ਵਿਦੇਸ਼ ਦੀਆਂ ਕੁਝ ਖਬਰਾਂ 'ਚ ਵੀ ਅੰਗਰੇਜ਼ੀ ਅਖਬਾਰਾਂ ਨਾਲੋਂ ਉਹ ਅੱਗੇ ਨਿਕਲ ਜਾਂਦੀਆਂ ਹਨ ਡੰਡੀ। ਹਿੰਦੀ ਦੇ ਕੁਝ TV ਚੈਨਲਾਂ ਦੀ ਨਿਡਰਤਾ ਤਾਂ ਇਤਿਹਾਸਕ ਹੈ ਡੰਡੀ। ਪੱਤਰਕਾਰਤਾ ਦਿਵਸ 'ਤੇ ਹਿੰਦੀ ਦਾ ਮਾਣ ਵਧਾਉਣ ਵਾਲੀਆਂ ਅਖਬਾਰਾਂ, ਪੱਤਰਕਾਰਾਂ, ਚੈਨਲਾਂ ਅਤੇ ਹਿੰਦੀ ਦੇ ਕਰੋੜਾਂ ਪਾਠਕਾਂ ਨੂੰ ਮੇਰੀ ਹਾਰਦਿਕ ਵਧਾਈ ਡੰਡੀ। ਖੇਤੀ ਵਿਗਿਆਨੀਆਂ ਅਨੁਸਾਰ ਐਤਕੀ ਹਾੜੀ ਦੀ ਭਰਪੂਰ ਫਸਲ ਹੋਵੇਗੀ ਡੰਡੀ। ਇਸ ਸੰਬੰਧੀ ਤਾਜ਼ਾ ਰਿਪੋਰਟ ਵਿੱਚ ਜੋ ਅੰਕੜੇ ਸੁਝਾਏ ਗਏ ਹਨ, ਉਹਨਾਂ ਮੁਤਾਬਕ ਇਸ ਵਾਰੀ ਹਾੜੀ ਦੀ ਫਸਲ ਦੀ ਕੁੱਲ ਉਪਜ 20 ਕਰੋੜ 40 ਲੱਖ ਟਨ ਤੋਂ ਵੀ ਵੱਧ ਹੋਣ ਦਾ ਅੰਦਾਜ਼ਾ ਹੈ, ਜਿਹੜੀ ਕਿ ਪਿਛਲੇ ਸਾਲ ਨਾਲੋਂ 8 ਲੱਖ ਟਨ ਵਧੇਰੇ ਹੋਵੇਗੀ ਡੰਡੀ।
ਫਸਲ ਦੇ ਵਧੇਰੇ ਉਤਪਾਦਨ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਰੇ ਸਮੇਂ ਦੌਰਾਨ ਮੌਸਮ ਫਸਲ ਲਈ ਬੜਾ ਅਨੁਕੂਲ ਰਿਹਾ ਹੈ। ਡੰਡੀ ਇਹ ਸਪਸ਼ਟ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਠੀਕ ਮੌਸਮ ਨੇ ਅਨਾਜ ਦੇ ਰਿਕਾਰਡ ਤੋੜ ਉਤਪਾਦਨ ਲਈ ਢੁਕਵੀਂ ਸਥਿਤੀ ਪੈਦਾ ਕੀਤੀ ਹੈ। ਡੰਡੀ ਇਸ ਦਾ ਇੱਕ ਦਿਲਚਸਪ ਪਹਿਲੂ ਇਹ ਵੀ ਹੈ ਕਿ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਕਣਕ ਹੇਠਲਾ ਰਕਬਾ ਲਗਭਗ 10 ਲੱਖ ਹੈਕਟੇਅਰ ਘਟਾਏ ਜਾਣ ਦੇ ਬਾਵਜੂਦ ਕੁੱਲ ਉਤਪਾਦਨ ਵੱਧ ਹੋ ਰਿਹਾ ਹੈ। ਡੰਡੀ ਸਮਝਿਆ ਜਾਂਦਾ ਹੈ ਕਿ ਇਸ ਦਾ ਕਾਰਨ ਨਵੀਂ ਖੇਤੀ ਤਕਨਾਲੋਜੀ, ਸੋਧੇ ਹੋਏ ਬੀਜ ਅਤੇ ਕੀੜੇਮਾਰ ਦਵਾਈਆਂ ਦੀ ਢੁਕਵੀਂ ਵਰਤੋਂ ਕਰਨਾ ਹੈ ਅਤੇ ਇਸ ਦੇ ਨਾਲ ਹੀ ਫਸਲ ਦੀ ਸੁਚੱਜੀ ਦੇਖਭਾਲ ਕਰਨਾ ਹੈ। ਡੰਡੀ ਹੈਰਾਨੀ ਦੀ ਗੱਲ ਇਹ ਹੈ ਕਿ ਕਣਕ ਹੇਠਲਾ ਰਕਬਾ ਘਟਾਏ ਜਾਣ ਦੀ ਸੂਰਤ ਵਿੱਚ ਮਾਹਿਰਾਂ ਨੂੰ ਇਹ ਖਦਸ਼ਾ ਸੀ ਕਿ ਅਨਾਜ ਦਾ ਉਤਪਾਦਨ ਕਿਧਰੇ ਘਟ ਨਾ ਜਾਵੇ, ਜਿਸ ਕਰਕੇ ਉਹਨਾਂ ਵੱਲੋਂ ਉਤਪਾਦਨ ਦਾ ਟੀਚਾ ਹੀ 20 ਕਰੋੜ 16 ਲੱਖ ਟਨ ਮਿਥਿਆ ਗਿਆ ਸੀ। ਡੰਡੀ ਇਹ ਖੁਸ਼ਕਿਸਮਤੀ ਦੀ ਗੱਲ ਹੈ ਕਿ ਅੱਜ ਭਾਰਤ ਨੂੰ ਅਨਾਜ ਉਤਪਾਦਨ ਦੇ ਮਾਮਲੇ ਵਿੱਚ ਲਗਭਗ ਸਵੈ ਨਿਰਭਰ ਕਿਹਾ ਜਾ ਸਕਦਾ ਹੈ। ਡੰਡੀ ਇਸ ਦੇ ਬਾਵਜੂਦ ਕਦੀ ਕਦਾਈ ਕੁਝ ਅਨਾਜ ਬਾਹਰੋਂ ਮੰਗਵਾਉਣਾ ਪੈ ਜਾਂਦਾ ਹੈ, ਜੋ ਕਿ ਕੁੱਲ ਮਿਲਾ ਕੇ ਘਰੇਲੂ ਉਤਪਾਦਨ ਨਾਲੋਂ ਮਹਿੰਗਾ ਪੈਂਦਾ ਹੈ। ਡੰਡੀ ਬਾਹਰੋਂ ਮੰਗਵਾਏ ਜਾਣ ਵਾਲੇ ਅਨਾਜ 'ਤੇ ਖਰਚੀ ਜਾਣ ਵਾਲੀ ਵਿਦੇਸ਼ੀ ਮੁਦਰਾ ਅਤੇ ਵਾਧੂ ਖਰਚਾ ਬਚਾਇਆ ਜਾ ਸਕਦਾ ਹੈ। ਡੰਡੀ ਜੇਕਰ ਉਚਿਤ ਭਾਅ ਨਾ ਮਿਲਣ ਦੇ ਬਾਵਜੂਦ ਕਿਸਾਨ ਭਰਪੂਰ ਅਨਾਜ ਪੈਦਾ ਕਰ ਰਹੇ ਹਨ ਤਾਂ ਉਚਿਤ ਭਾਅ ਮਿਲਣ ਨਾਲ ਤਾਂ ਉਹ ਅਨਾਜ ਦੇ ਢੇਰਾਂ ਦੇ ਢੇਰ ਲਗਾ ਦੇਣਗੇ। ਡੰਡੀ ਕਿਹਾ ਜਾਂਦਾ ਹੈ ਕਿ ਮਨੁੱਖ ਸਿਰਫ ਰੋਟੀ ਖਾਤਰ ਨਹੀਂ ਜਿਉਂਦਾ। ਡੰਡੀ ਇਸ ਗੱਲ ਵਿੱਚ ਜਿੰਨੀ ਸੱਚਾਈ ਹੈ ਓਨੀ ਹੀ ਸੱਚਾਈ ਇਸ ਗੱਲ ਦੇ ਦੂਜੇ ਪੱਖ ਵਿੱਚ ਵੀ ਹੈ। ਡੰਡੀ ਰੋਟੀ ਤੋਂ ਬਿਨਾਂ ਮਨੁੱਖ ਜਿਉਂਦਾ ਹੀ ਨਹੀਂ ਰਹਿ ਸਕਦਾ। ਡੰਡੀ ਸਪਸ਼ਟ ਹੈ ਕਿ ਰੋਟੀ ਜਾਂ ਖੁਰਾਕ ਮਨੁੱਖ ਦੀ ਸਭ ਤੋਂ ਮੁੱਖ ਅਤੇ ਬੁਨਿਆਦੀ ਜ਼ਰੂਰਤ ਹੈ। ਡੰਡੀ ਜੇ ਜ਼ਰਾ ਵੱਡੀ ਪੱਧਰ 'ਤੇ ਵੇਖਿਆ ਜਾਵੇ ਤਾਂ ਮਨੁੱਖ ਦੀਆਂ ਬਹੁਤੀਆਂ ਸਰਗਰਮੀਆਂ ਉਸ ਦੀ ਇਸ ਮੁੱਢਲੀ ਲੋੜ ਨੂੰ ਪੂਰਾ ਕਰਨ ਹਿੱਤ ਅਤੇ ਬਾਕੀ ਦੀਆਂ ਇਸ ਦੇ ਪੂਰਾ ਹੋਣ ਤੋਂ ਬਾਅਦ ਦੀ ਸਥਿਤੀ ਨਾਲ ਸੰਬੰਧਿਤ ਕਰਕੇ ਜਾਣੀਆਂ ਅਤੇ ਸਮਝੀਆਂ ਜਾ ਸਕਦੀਆਂ ਹਨ। ਡੰਡੀ ਸਦੀਆਂ ਤੋਂ ਮਨੁੱਖ ਨੇ ਕੁਦਰਤ ਦੇ ਭੰਡਾਰਾਂ ਦੀ ਵਰਤੋਂ ਕਰਕੇ ਅਤੇ ਇਸ ਦੀਆਂ ਕਰੋਪੀਆਂ ਦਾ ਮੁਕਾਬਲਾ ਕਰਦੇ ਹੋਏ ਨਾ ਸਿਰਫ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਦੇ ਸਾਧਨ ਹੀ ਪੈਦਾ ਕਰ ਲਏ ਹਨ, ਸਗੋਂ ਇਹਨਾਂ ਦੇ ਨਾਲ ਨਾਲ ਹੈਰਾਨੀਜਨਕ ਸੱਭਿਆਚਾਰਕ ਅਤੇ ਵਿਗਿਆਨਕ ਪ੍ਰਾਪਤੀਆਂ ਕਰਕੇ ਇੱਕ ਅਤ ਵਿਸ਼ਾਲ ਸਭਿਅਤਾ ਦੀ ਉਸਾਰੀ ਵੀ ਕਰ ਲਈ ਹੈ। ਡੰਡੀ ਪੈਰਾ ਭਾਵੇਂ ਇਸ ਮਸਲੇ ਨੂੰ ਹੱਲ ਕਰਨਾ ਹਰੇਕ ਦੇਸ਼ ਦੀ ਆਪੋ ਆਪਣੀ ਜ਼ਿੰਮੇਵਾਰੀ ਹੈ, ਤਾਂ ਵੀ ਇਸ ਨੂੰ ਮਾਨਵੀ ਪੱਖ ਤੋਂ ਵਿਚਾਰ ਕਰਦਿਆਂ ਇਹ ਗੱਲ ਅੰਤਰਰਾਸ਼ਟਰੀ ਪੱਧਰ ਦੀ ਗੰਭੀਰ ਸਮੱਸਿਆ ਵਜੋਂ ਵੀ ਸਾਹਮਣੇ ਆਉਂਦੀ ਹੈ। ਡੰਡੀ ਸੰਯੁਕਤ ਰਾਸ਼ਟਰ ਸੰਘ ਨੇ ਇਸ ਬੁਨਿਆਦੀ ਮਸਲੇ ਦੀ ਮਹੱਤਤਾ ਨੂੰ ਸਮਝਦਿਆਂ 2 ਸਾਲ ਪਹਿਲਾਂ ਫੈਸਲਾ ਕੀਤਾ ਕਿ 1982 ਤੋਂ ਹਰ ਸਾਲ ਕੌਮਾਂਤਰੀ ਪੱਧਰ 'ਤੇ ਸੰਸਾਰ ਖੁਰਾਕ ਦਿਵਸ ਮਨਾਇਆ ਜਾਵੇਗਾ। ਡੰਡੀ ਇਹ ਫੈਸਲਾ 1979 ਵਿੱਚ ਸੰਯੁਕਤ ਰਾਸ਼ਟਰ ਸੰਘ ਦੇ ਇੱਕ ਅੰਗ ਖੁਰਾਕ ਅਤੇ ਖੇਤੀ ਸੰਸਥਾ ਨੇ ਆਪਣੀ ਇੱਕ ਕਾਨਫਰੰਸ ਵਿੱਚ ਲਿਆ, ਜਿਸ ਨੂੰ ਪਿੱਛੋਂ ਜਨਰਲ ਅਸੈਂਬਲੀ ਅਤੇ ਆਰਥਿਕ ਅਤੇ ਸਮਾਜਿਕ ਮਸਲਿਆਂ ਬਾਰੇ
ਕੌਂਸਲ ਨੇ ਵੱਖ-ਵੱਖ ਮਤਿਆਂ ਦੁਆਰਾ ਪ੍ਰਵਾਨਗੀ ਦੇ ਦਿੱਤੀ। ਡੰਡੀ। ਇਸ ਸਾਲ ਸੰਸਾਰ ਖੁਰਾਕ ਦਿਵਸ 16 ਅਕਤੂਬਰ ਵਾਲੇ ਦਿਨ ਮਨਾਇਆ ਗਿਆ, ਜਿਸ ਦਾ ਮੁੱਖ ਸਮਾਰੋਹ ਇਟਲੀ ਦੀ ਰਾਜਧਾਨੀ ਰੋਮ ਵਿਖੇ ਹੋਇਆ। ਡੰਡੀ। ਇਸ ਵਿੱਚ 147 ਦੇਸ਼ਾਂ ਦੇ ਪ੍ਰਤੀਨਿਧਾਂ ਨੇ ਭਾਗ ਲਿਆ। ਡੰਡੀ। ਇਹ ਦੇਸ਼ ਸੰਯੁਕਤ ਰਾਸ਼ਟਰ ਸੰਘ ਦੀ ਖੁਰਾਕ ਤੇ ਖੇਤੀ ਸੰਸਥਾ ਦੇ ਮੈਂਬਰ ਹਨ। ਡੰਡੀ। ਸਮਾਰੋਹ ਤੋਂ ਕੁਝ ਦਿਨ ਪਹਿਲਾਂ ਇਸ ਸੰਸਥਾ ਦੇ ਡਾਇਰੈਕਟਰ ਜਨਰਲ ਨੇ ਮੈਂਬਰ ਦੇਸ਼ਾਂ ਦੀਆਂ ਸਰਕਾਰਾਂ ਨੂੰ ਭੇਜੇ ਇੱਕ ਸੰਦੇਸ਼ ਵਿੱਚ ਕਿਹਾ ਕਿ ਜ਼ਿੰਦਗੀ ਦੇ ਅਧਿਕਾਰ ਵਾਂਗ ਪੂਰੀ ਤੇ ਸੰਤੁਲਿਤ ਖੁਰਾਕ ਦਾ ਅਧਿਕਾਰ ਵੀ ਮਨੁੱਖ ਦਾ ਮੂਲ ਅਧਿਕਾਰ ਬਣਦਾ ਹੈ। ਡੰਡੀ। ਸੰਯੁਕਤ ਰਾਸ਼ਟਰ ਸੰਘ ਨੇ ਸੰਸਾਰ ਵਿੱਚ ਅਮਨ ਦੀ ਕਾਇਮੀ ਲਈ ਕੀਤੇ ਅਣਥੱਕ ਯਤਨਾਂ ਤੋਂ ਇਲਾਵਾ ਕੌਮਾਂਤਰੀ ਪੱਧਰ 'ਤੇ ਵਿਆਪਕ ਮਹੱਤਤਾ ਵਾਲੀਆਂ ਸੰਸਥਾਵਾਂ ਸਮੱਸਿਆਵਾਂ ਵੱਲ ਵੀ ਸਾਰੀ ਦੁਨੀਆ ਦੇ ਦੇਸ਼ਾਂ ਤੇ ਲੋਕਾਂ ਦਾ ਧਿਆਨ ਕੇਂਦਰਿਤ ਕਰਨ ਲਈ ਸ਼ਲਾਘਾਯੋਗ ਯਤਨ ਕੀਤੇ ਹਨ। ਡੰਡੀ। ਸੰਸਾਰ ਖੁਰਾਕ ਦਿਵਸ ਵੀ ਇਸ ਕੜੀ ਦਾ ਇੱਕ ਅੰਗ ਹੈ। ਡੰਡੀ। ਅਜਿਹੇ ਯਤਨਾਂ ਕਾਰਨ ਹੀ ਲੋਕਾਂ ਨੂੰ ਆਪਣੀਆਂ ਵੱਡੀ ਪੱਧਰ ਦੀਆਂ ਸਮੱਸਿਆਵਾਂ ਬਾਰੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਵਿਚਾਰ ਕਰਨ ਤੇ ਸਮਝਣ ਦੀ ਆਦਤ ਪਵੇਗੀ। ਡੰਡੀ। ਸਟਾਰਟ। 7ਵੀਂ ਏਸ਼ੀਆਈ ਖੇਡਾਂ ਦਾ ਦ੍ਰਿਸ਼ ਇੱਕ ਅਲੌਕਿਕ ਦ੍ਰਿਸ਼ ਕਿਹਾ ਜਾ ਸਕਦਾ ਸੀ। ਡੰਡੀ। ਇਹ ਅੰਤਰਰਾਸ਼ਟਰੀ ਖੇਡਾਂ 1 ਸਤੰਬਰ 1974 ਤੋਂ ਈਰਾਨ ਦੇ ਸ਼ਹਿਰ ਤਹਿਰਾਨ ਵਿੱਚ ਸ਼ੁਰੂ ਹੋਈਆਂ ਅਤੇ 16 ਸਤੰਬਰ ਤੱਕ ਜਾਰੀ ਰਹੀਆਂ। ਡੰਡੀ। ਇਹਨਾਂ ਖੇਡਾਂ ਵਿੱਚ ਏਸ਼ੀਆਈ ਦੇਸ਼ਾਂ ਦੇ ਲਗਭਗ 3000 ਖਿਡਾਰੀਆਂ ਅਤੇ ਅਧਿਕਾਰੀਆਂ ਨੇ ਭਾਗ ਲਿਆ। ਡੰਡੀ। ਇਹਨਾਂ ਦੇ ਰਹਿਣ ਸਹਿਣ ਲਈ ਇੱਕ ਵਿਸ਼ੇਸ਼ ਪ੍ਰਕਾਰ ਦਾ ਪਿੰਡ ਉਸਾਰਿਆ ਗਿਆ। ਡੰਡੀ। ਤਰ੍ਹਾਂ ਤਰ੍ਹਾਂ ਦੇ ਖਾਣਿਆਂ ਦਾ ਪ੍ਰਬੰਧ ਕੀਤਾ ਗਿਆ। ਡੰਡੀ। ਕਿਹਾ ਜਾਂਦਾ ਹੈ ਕਿ ਖਾਣਿਆਂ ਦੀਆਂ ਇੰਨੀਆਂ ਕਿਸਮਾਂ ਸਨ ਕਿ ਇੱਕ ਪ੍ਰਕਾਰ ਦੇ ਖਾਣੇ ਦੀ 4 ਦਿਨਾਂ ਪਿੱਛੋਂ ਵਾਰੀ ਆਉਂਦੀ ਸੀ। ਡੰਡੀ। ਈਰਾਨ ਦੇਸ਼ ਦੇ ਖਿਡਾਰੀਆਂ ਅਤੇ ਅਧਿਕਾਰੀਆਂ ਦਾ ਸ਼ਲਾਘਾਯੋਗ ਪ੍ਰਬੰਧ ਹੀ ਨਹੀਂ ਕੀਤਾ ਗਿਆ, ਸਗੋਂ ਵਿਸ਼ੇਸ਼ ਭਾਂਤ ਦੀ ਖੁੱਲ੍ਹਦਿਲੀ ਅਤੇ ਪ੍ਰਾਹੁਣਚਾਰੀ ਦਾ ਸਬੂਤ ਦਿੱਤਾ। ਡੰਡੀ। ਮੁਕਾਬਲਿਆਂ ਵਿੱਚ ਭਾਗ ਲੈ ਰਹੇ ਖਿਡਾਰੀਆਂ ਨੂੰ ਹੌਸਲਾ ਅਫਜ਼ਾਈ ਦੇ ਤੌਰ 'ਤੇ ਭਾਂਤ ਭਾਂਤ ਦੀਆਂ ਚੀਜ਼ਾਂ ਸੁਗਾਤ ਵਜੋਂ ਵੰਡੀਆਂ ਗਈਆਂ, ਜਿਵੇਂ ਟਾਈਆਂ, ਕੀਮਤੀ ਪੈੱਨ, ਪੈਨਸਲਾਂ, ਥੈਲੇ, ਤੌਲੀਏ, ਮਾਪਣ ਵਾਲੇ ਟੇਪ, ਸੈਂਟ ਆਦਿ। ਡੰਡੀ। ਇਹਨਾਂ ਖੇਡਾਂ ਦੇ ਅਫਸਰ ਤੇ ਸੈਂਟਰਲ ਬੈਂਕ ਆਫ ਈਰਾਨ ਵੱਲੋਂ 20 ਰਿਆਲ ਦਾ ਇੱਕ ਉਚੇਚਾ ਸਿੱਕਾ ਚਲਾਇਆ ਗਿਆ। ਡੰਡੀ। ਇਸ ਸਿੱਕੇ ਦੇ ਇੱਕ ਪਾਸੇ ਮਹਾਰਾਜਾ ਆਰੀਆ ਮੇਰ ਦੀ ਤਸਵੀਰ ਅਤੇ ਦੂਜੇ ਪਾਸੇ ਏਸ਼ੀਆਈ ਖੇਲ ਸੰਘ ਦਾ ਚਿੰਨ੍ਹ ਮੌਜੂਦ ਸੀ। ਡੰਡੀ। ਦਰਸ਼ਕਾਂ ਲਈ ਉਚੇਚੇ ਤੌਰ 'ਤੇ ਬਹੁਤ ਵੱਡੇ ਵੱਡੇ ਹਾਲ ਅਤੇ ਸਟੇਡੀਅਮ ਬਣਾਏ ਗਏ ਸਨ। ਡੰਡੀ। ਛੋਟੇ ਸਟੇਡੀਅਮਾਂ ਤੋਂ ਇਲਾਵਾ ਮੁੱਖ ਸਟੇਡੀਅਮਾਂ ਦੀ ਗਿਣਤੀ 11 ਸੀ। ਡੰਡੀ। ਕੇਵਲ ਮੁੱਖ ਸਟੇਡੀਅਮਾਂ ਵਿੱਚ ਘੱਟ ਤੋਂ ਘੱਟ 1 ਲੱਖ ਦਰਸ਼ਕਾਂ ਲਈ ਤੈਰਨ ਵਾਸਤੇ ਤਲਾਬ ਆਪਣੀ ਮਿਸਾਲ ਆਪ ਸਨ। ਡੰਡੀ। ਇਸ ਤੋਂ ਇਲਾਵਾ ਬਾਸਕਟਬਾਲ ਹਾਲ 4500 ਦਰਸ਼ਕਾਂ ਲਈ ਤਿਆਰ ਕੀਤਾ ਗਿਆ। ਡੰਡੀ। ਪੈਰਾ। ਕਿਸੇ ਵੀ
ਦੇਸ਼ ਦਾ ਬੌਧਿਕ, ਸਦਾਚਾਰਕ, ਸੱਭਿਆਚਾਰਕ, ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਵਿਕਾਸ ਉਸ ਦੀ ਵਿਦਿਅਕ ਪ੍ਰਣਾਲੀ 'ਤੇ ਨਿਰਭਰ ਕਰਦਾ ਹੈ। ਡੰਡੀ। ਜੇਕਰ ਵਿਦਿਅਕ ਖੇਤਰ ਵਿੱਚ ਉੱਨਤੀ ਦੀ ਗਤੀ ਤੇਜ਼ ਹੈ ਤਾਂ ਦੇਸ਼ ਓਨੀ ਹੀ ਤੇਜ਼ੀ ਨਾਲ ਉੱਨਤੀ ਕਰੇਗਾ। ਡੰਡੀ। ਜੇਕਰ ਵਿਦਿਅਕ ਉੱਨਤੀ ਦੀ ਗਤੀ ਧੀਮੀ ਹੈ ਤਾਂ ਦੇਸ਼ ਦੇ ਵਿਕਾਸ ਦੀ ਗਤੀ ਵੀ ਧੀਮੀ ਚਾਲ ਵਾਲੀ ਹੋ ਜਾਵੇਗੀ। ਡੰਡੀ। ਸਪਸ਼ਟ ਹੈ ਕਿ ਅੱਜ ਸਮਾਜ ਦੇ ਆਰਥਿਕ ਵਿਕਾਸ ਲਈ ਸਿੱਖਿਆ ਮੁੱਢਲੀ ਸ਼ਰਤ ਹੈ। ਡੰਡੀ। ਜੇਕਰ ਸਿੱਖਿਆ ਦੇ ਖੇਤਰ ਵੱਲ ਸਹੀ ਢੰਗ ਨਾਲ ਧਿਆਨ ਨਾ ਦਿੱਤਾ ਗਿਆ ਤਾਂ ਇਹ ਪਛੜੇਵਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਆਰਥਿਕ ਵਿਕਾਸ ਉੱਪਰ ਲਾਜ਼ਮੀ ਤੌਰ 'ਤੇ ਅਸਰ ਅੰਦਾਜ਼ ਹੋਵੇਗਾ। ਡੰਡੀ। ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਇਹ ਸਵੀਕਾਰ ਕੀਤਾ ਗਿਆ ਕਿ ਪੰਜਾਬ ਵਿੱਚ ਸੈਂਕੜੇ ਸਕੂਲ ਅਧਿਆਪਕਾਂ ਖੁਣੋ ਹਨ, ਜਿਸ ਦੇ ਸਿੱਟੇ ਵਜੋਂ ਖਾਸ ਤੌਰ 'ਤੇ ਪੇਂਡੂ ਵਿਦਿਅਕ ਪ੍ਰਬੰਧ ਅਸਤ ਵਿਅਸਤ ਹੋ ਕੇ ਰਹਿ ਗਿਆ ਹੈ। ਡੰਡੀ। ਆਰਥਿਕ ਵਿਕਾਸ ਹੁਣ ਗਿਆਨ ਆਧਾਰਿਤ ਹੋ ਗਿਆ ਹੈ। ਡੰਡੀ। ਇਸ ਲਈ ਘੱਟ ਪੜ੍ਹੇ ਲਿਖੇ ਸਮਾਜਾਂ ਨੇ ਲਾਜ਼ਮੀ ਤੌਰ 'ਤੇ ਆਰਥਿਕ ਤੌਰ 'ਤੇ ਘੱਟ ਵਿਕਸਿਤ ਰਹਿ ਜਾਣਾ ਹੈ। ਡੰਡੀ। ਅਸੀਂ 21ਵੀਂ ਸਦੀ ਦੀਆਂ ਗੱਲਾਂ ਕਰਦੇ ਹਾਂ। ਡੰਡੀ। ਜੇਕਰ ਪੰਜਾਬ ਦੇ ਲੋਕਾਂ ਨੇ ਆਪਣੇ ਆਪ ਨੂੰ 21ਵੀਂ ਸਦੀ ਦੇ ਹਾਣਦਾਰ ਕਰਨਾ ਹੈ ਤਾਂ ਉਹਨਾਂ ਨੂੰ ਵਿਦਿਅਕ, ਵਿਗਿਆਨਕ ਅਤੇ ਤਕਨੀਕੀ ਗਿਆਨ ਪ੍ਰਾਪਤ ਕਰਕੇ ਗਿਆਨ ਦੇ ਪੈਦਾਵਾਰ ਵਾਲੇ ਕਿੱਤਿਆਂ ਨੂੰ ਪ੍ਰਮੁੱਖਤਾ ਪ੍ਰਦਾਨ ਕਰਨੀ ਪਵੇਗੀ। ਡੰਡੀ। ਗਿਆਨਾਤਮਕ ਕਿੱਤਿਆਂ ਨਾਲ ਸੰਬੰਧਿਤ ਕਾਮੇ ਪੈਦਾ ਕਰਨ ਲਈ ਸਕੂਲ, ਕਾਲਜ, ਵਿਗਿਆਨਕ ਅਤੇ ਤਕਨੀਕੀ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਵਿੱਚ ਸੁਧਾਰ ਸਾਡਾ ਪ੍ਰਮੁੱਖ ਨਿਸ਼ਾਨਾ ਹੋਣਾ ਚਾਹੀਦਾ ਹੈ, ਕਿਉਂਕਿ ਇਹ ਹੀ 21ਵੀਂ ਸਦੀ ਦੀਆਂ ਅਸਲ ਫੈਕਟਰੀਆਂ ਹਨ ਜਿਨ੍ਹਾਂ ਨੂੰ ਆਧੁਨਿਕ ਸਨਅਤੀਕਰਨ ਲਈ ਦਿਸ਼ਾ ਪ੍ਰਦਾਨ ਕਰਨੀ ਹੈ। ਡੰਡੀ। ਸਰਬਪੱਖੀ ਦ੍ਰਿਸ਼ਟੀ ਤੋਂ ਪੰਜਾਬ ਦੀ ਆਰਥਿਕ ਨੀਤੀ ਅਜਿਹੀ ਹੋਣੀ ਚਾਹੀਦੀ ਹੈ ਜਿਸ ਅਧੀਨ ਪਿੰਡ ਵਿੱਚ ਖੇਤੀ ਆਧਾਰਿਤ ਸਨਅਤ ਮੌਜੂਦ ਹੋਵੇ। ਡੰਡੀ। ਸਾਡੇ ਰਹਿਨੁਮਾਵਾਂ ਨੂੰ ਕੇਵਲ ਖੇਤੀ ਆਰਥਿਕਤਾ ਨੂੰ ਹੀ ਤਰਜੀਹ ਦੇਣ ਤੋਂ ਨਿਰਸੰਦੇਹ ਬਚਣ ਦੀ ਲੋੜ ਹੈ। ਡੰਡੀ। ਉੱਧਰ ਹੀ ਈਰਾਨ ਵੀ ਆਪਣੇ ਆਲੋਚਕਾਂ ਨੂੰ ਮਿਟਾਉਣ ਦੇ ਲਈ ਕਿਸੇ ਹੱਦ ਤੱਕ ਜਾਣ ਦੇ ਲਈ ਖਤਰਨਾਕ ਹੈ। ਡੰਡੀ। ਫਿਰ ਭਾਵੇਂ ਉਹ ਦੁਨੀਆ ਦੇ ਕਿਸੇ ਵੀ ਨੁੱਕਰ 'ਚ ਕਿਉਂ ਨਾ ਹੋਣ। ਡੰਡੀ। 2019 'ਚ ਫਰਾਂਸ 'ਚ ਪਨਾਹ ਲੈ ਚੁੱਕੇ ਵਰਕਰ ਅਤੇ ਪੱਤਰਕਾਰ ਰੁਹੋਲਾ ਜਾਮ ਨੂੰ ਇਰਾਕ ਯਾਤਰਾ ਦੌਰਾਨ ਅਗਵਾ ਕਰਕੇ ਈਰਾਨ ਲਿਆਂਦਾ ਗਿਆ ਅਤੇ ਮੁਕੱਦਮਾ ਚਲਾ ਕੇ ਪਿਛਲੇ ਸਾਲ ਫਾਂਸੀ 'ਤੇ ਲਟਕਾ ਦਿੱਤਾ ਗਿਆ। ਡੰਡੀ। ਚੀਨ ਸਰਕਾਰ ਉਈਗਰ ਅਤੇ ਤਿੱਬਤੀ ਵਰਗੀਆਂ ਘੱਟ ਗਿਣਤੀਆਂ ਨੂੰ ਬੜੀ ਬੇਰਹਿਮੀ ਨਾਲ ਦਰੜਨ ਤੋਂ ਲੈ ਕੇ ਹੋਰਨਾਂ ਦੇਸ਼ਾਂ 'ਚ ਰਹਿ ਰਹੇ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਚੁੱਕੀ ਹੈ। ਡੰਡੀ। 2015 'ਚ ਅਜਿਹੀ ਹੀ ਇੱਕ ਮਾਮਲੇ 'ਚ ਚੀਨੀ ਨੇਤਾਵਾਂ ਦੀ ਆਲੋਚਨਾ ਵਾਲੀਆਂ ਕਿਤਾਬਾਂ ਵੇਚਣ ਵਾਲੇ ਹਾਂਗਕਾਂਗ 'ਚ ਵਸੇ 2 ਵਿਕਰੇਤਾਵਾਂ ਨੂੰ ਅਗਵਾ ਕਰਕੇ ਚੀਨ ਲਿਆ ਕੇ ਉਹਨਾਂ 'ਤੇ ਮੁਕੱਦਮਾ ਚਲਾਇਆ ਗਿਆ। ਡੰਡੀ। ਪੈਰਾ। ਇਨ੍ਹਾਂ 'ਚੋਂ ਇੱਕ ਨੂੰ ਜਦੋਂ ਚੁੱਕਿਆ ਗਿਆ ਤਾਂ ਉਹ ਥਾਈਲੈਂਡ 'ਚ ਛੁੱਟੀਆਂ ਮਨਾ ਰਿਹਾ ਸੀ। ਡੰਡੀ। ਸਾਲ 2016 'ਚ ਚੀਨ ਨੇ ਵਿਦੇਸ਼ਾਂ 'ਚ ਲੁਕੇ ਵਿਰੋਧੀਆਂ 'ਤੇ ਕਾਰਵਾਈ ਦੇ ਲਈ ਬਕਾਇਦਾ ਓਵਰਸੀਜ਼ ਫੁਜਿਟਿਵ
ਅਫੇਅਰਜ਼ ਨਾਂ ਦਾ ਇੱਕ ਵੱਖਰਾ ਵਿਭਾਗ ਬਣਾਇਆ। ਡੰਡੀ ਰਵਾਂਡਾ ਨੇ ਵੀ 2014 ਤੋਂ ਹੁਣ ਤੱਕ ਦਰਜਨ ਭਰ ਦੇਸ਼ਾਂ 'ਚ ਆਪਣੇ ਆਲੋਚਕਾਂ ਨੂੰ ਨਿਸ਼ਾਨਾ ਬਣਾਇਆ। ਡੰਡੀ ਰਵਾਂਡਾ ਸਰਕਾਰ 1994 'ਚ ਕਤਲੇਆਮ ਤੇ ਸਰਕਾਰ ਦੇ ਵਿਚਾਰਾਂ ਦਾ ਵਿਰੋਧ ਕਰਨ ਵਾਲਿਆਂ ਦਾ ਬੇਰਹਿਮੀ ਨਾਲ ਘਾਣ ਕਰ ਰਹੀ ਹੈ। ਡੰਡੀ ਪਿਛਲੇ ਸਾਲ ਫਿਲਮ ਹੋਟਲ ਰਵਾਂਡਾ ਦੇ ਹੀਰੋ ਪਾਲ ਨੂੰ ਦੁਬਈ ਤੋਂ ਕਿਗਾਲੀ ਦੀ ਇੱਕ ਉਡਾਨ 'ਚੋਂ ਗ੍ਰਿਫਤਾਰ ਕੀਤਾ ਗਿਆ ਅਤੇ ਹੁਣ ਉਸ 'ਤੇ ਅੱਤਵਾਦ ਦੇ ਦੋਸ਼ 'ਚ ਮੁਕੱਦਮਾ ਚਲਾਇਆ ਜਾ ਰਿਹਾ ਹੈ। ਡੰਡੀ ਰੂਸ ਵੀ ਅਜਿਹੇ ਮਾਮਲਿਆਂ 'ਚ ਕਾਫੀ ਅੱਗੇ ਹੈ। ਡੰਡੀ ਬ੍ਰਿਟੇਨ ਵਰਗੇ ਦੇਸ਼ਾਂ 'ਚ ਪਨਾਹ ਲੈ ਚੁੱਕੇ ਆਪਣੇ ਸਾਬਕਾ ਖੂਫੀਆ ਅਧਿਕਾਰੀਆਂ ਨੂੰ ਨਰਵ ਗੈਸ ਤੇ ਕਦੇ ਪੋਲੀਨੀਅਮ ਜ਼ਹਿਰ ਦੇ ਕੇ ਮਾਰਨ ਦੇ ਉਸਦੇ ਯਤਨ ਚਰਚਿਤ ਰਹੇ ਹਨ। ਡੰਡੀ ਪੁਤਿਨ ਵਿਰੋਧੀ ਲੈਸੇਕਸੀ ਨਵੇਲਨੀ ਨੂੰ ਪਹਿਲਾਂ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ। ਡੰਡੀ ਜੇਲ੍ਹ 'ਚ ਬਿਮਾਰ ਹੋਣ 'ਤੇ ਵੀ ਉਸਨੂੰ ਛੱਡਿਆ ਨਹੀਂ ਗਿਆ ਅਤੇ ਵਿਰੋਧ ਹੋਣ 'ਤੇ ਡਾਕਟਰ ਨਾ ਮਿਲਣ ਦੀ ਮਾਮੂਲੀ ਜਿਹੀ ਛੋਟ ਦਿੱਤੀ ਗਈ। ਡੰਡੀ ਉਸ ਦਾ ਅਪਰਾਧ ਇਹੀ ਹੈ ਕਿ ਉਸਨੇ ਸਰਕਾਰ ਦੇ ਵਿਰੁੱਧ ਆਵਾਜ਼ ਉਠਾਈ ਹੈ। ਡੰਡੀ ਚੇਚਨੀਆ ਸਰਕਾਰ ਦੇ ਵਿਰੋਧੀ ਵੀ ਸੁਰੱਖਿਅਤ ਨਹੀਂ ਹਨ। ਡੰਡੀ ਜਨਵਰੀ 2020 'ਚ ਚੇਚਨ ਬਲਾਗਰ ਅਤੇ ਸੱਤਾ ਦੇ ਆਲੋਚਕ ਇਮਰਾਨ ਨੂੰ ਫਰਾਂਸ ਦੇ ਲੀਲੇ 'ਚ ਇੱਕ ਹੋਟਲ ਦੇ ਕਮਰੇ 'ਚ 135 ਵਾਰ ਚਾਕੂ ਨਾਲ ਵਿੰਨ੍ਹ ਦਿੱਤਾ ਗਿਆ। ਡੰਡੀ ਇੱਕ ਮਹੀਨੇ ਬਾਅਦ ਹੀ ਚੇਚਨ ਬਲਾਗਰ ਤੁਮਸੋ ਸਵੀਡਨ 'ਚ ਖੁਦ 'ਤੇ ਹਥੌੜੇ ਨਾਲ ਹੋਏ ਹਮਲੇ 'ਚ ਵਾਲ-ਵਾਲ ਬਚੇ। ਡੰਡੀ ਗ੍ਰਿਫਤਾਰ ਹਮਲਾਵਰਾਂ ਨੇ ਮੰਨਿਆ ਕਿ ਉਹ ਚੇਚਨ ਸਰਕਾਰ ਦੇ ਇਸ਼ਾਰੇ 'ਤੇ ਹਮਲਾ ਕਰਨ ਆਏ ਸਨ। ਡੰਡੀ ਉਸ ਸਾਲ ਵਿਆਨਾ 'ਚ ਹੋਏ ਤੀਸਰੇ ਹਮਲੇ 'ਚ ਬਲਾਗਰ ਮਮੀ ਖਾਨ ਉਬਰੋਮ ਮਾਰੇ ਗਏ। ਡੰਡੀ ਅਜਿਹੀਆਂ ਘਟਨਾਵਾਂ ਅਤੇ ਹਾਲ ਹੀ 'ਚ ਜੋ ਬੇਲਾਰੂਸ ਨੇ ਕੀਤਾ ਹੈ ਉਸ ਦੇ ਇਹੀ ਸੰਕੇਤ ਹਨ ਕਿ ਵਰਤਮਾਨ 'ਚ ਵੱਧ ਦੇਸ਼ ਤਾਨਾਸ਼ਾਹੀ ਵਤੀਰਾ ਅਪਣਾਉਂਦੇ ਜਾ ਰਹੇ ਹਨ। ਪਰ ਸਵਾਲ ਉੱਠਦਾ ਹੈ ਕਿ ਇਸ ਦੇ ਕੀ ਕਾਰਨ ਹਨ। ਪ੍ਰਸ਼ਨ ਚਿੰਨ੍ਹ ਕਰੋਨਾ ਮਹਾਮਾਰੀ ਦੌਰਾਨ ਸਰਕਾਰਾਂ ਦਾ ਨਾਗਰਿਕਾਂ 'ਤੇ ਕੰਟਰੋਲ ਵੱਧਦਾ ਜਾ ਰਿਹਾ ਹੈ ਅਤੇ ਚੰਗੇ ਭਲੇ ਲੋਕਤੰਤਰਿਕ ਦੇਸ਼ ਵੀ ਤਾਨਾਸ਼ਾਹਾਂ ਵਰਗੇ ਰੁੱਖ ਅਪਣਾਉਣ ਲੱਗੇ। ਡੰਡੀ ਇੱਕ ਕਾਰਨ ਹਰ ਹਾਲ 'ਚ ਸੱਤਾ 'ਚ ਬਣੇ ਰਹਿਣ ਦਾ ਲਾਲਚ ਵੀ ਹੈ। ਡੰਡੀ ਇਸ ਦੇ ਲਈ ਚੋਣਾਂ 'ਚ ਹਰ ਤਰ੍ਹਾਂ ਦੀ ਧਾਂਦਲੀ ਤੋਂ ਵੀ ਸੰਕੋਚ ਨਹੀਂ ਕੀਤਾ ਜਾ ਰਿਹਾ। ਡੰਡੀ ਲੋਕਾਂ ਦੀ ਨਿੱਜੀ ਆਜ਼ਾਦੀ ਨੂੰ ਘਟਾਇਆ ਜਾ ਰਿਹਾ ਹੈ ਅਤੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰਨ ਵਾਲਿਆਂ 'ਤੇ ਚਾਬੁਕ ਚਲਾਇਆ ਜਾ ਰਿਹਾ ਹੈ। ਡੰਡੀ ਸਰਕਾਰਾਂ ਇੰਨੀਆਂ ਸੰਵੇਦਨਸ਼ੀਲ ਜਾਂ ਖਾਹਿਸ਼ਾਂ ਵਾਲੀਆਂ ਹੋ ਗਈਆਂ ਹਨ ਕਿ ਉਹ ਰੱਤੀ ਭਰ ਵੀ ਆਪਣੀ ਆਲੋਚਨਾ ਨਹੀਂ ਸੁਣ ਸਕਦੀਆਂ। ਡੰਡੀ ਇੱਕ ਹੋਰ ਕਾਰਨ ਹੈ ਕਿ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਵਜ੍ਹਾ ਨਾਲ ਦੂਸਰੇ ਦੇਸ਼ਾਂ 'ਚ ਪਨਾਹ ਲੈਣ ਤੋਂ ਬਾਅਦ ਵੀ ਆਲੋਚਕ ਆਪਣੇ ਦੇਸ਼ ਵਾਸੀਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਅਤੇ ਉਹਨਾਂ ਦੀ ਆਵਾਜ਼ ਦਬਾਉਣ ਦੇ ਲਈ ਸਰਕਾਰਾਂ ਉਹਨਾਂ ਨੂੰ ਹੀ ਅਪਰਾਧੀ ਬਣਾ ਕੇ ਗ੍ਰਿਫਤਾਰ ਕਰਨ ਤੋਂ ਲੈ ਕੇ ਖਤਮ ਕਰਨ ਤੋਂ ਵੀ ਝਿਜਕਦੀਆਂ ਨਹੀਂ ਹਨ। ਡੰਡੀ ਸੰਯੁਕਤ ਰਾਸ਼ਟਰ ਅਤੇ ਯੂਰਪੀ ਸੰਘ ਨੇ ਵੀ ਬੇਲਾਰੂਸ ਦੇ ਇਸ ਕਦਮ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਪਰ ਬੇਲਾਰੂਸ ਦੀ ਇਸ ਕਾਰਵਾਈ ਦੇ ਵਿਰੁੱਧ ਸਖਤ ਕਦਮ ਚੁੱਕਣ ਦੀ ਲੋੜ ਵੀ ਹੈ। ਡੰਡੀ ਯੂਰਪੀਅਨ ਯੂਨੀਅਨ ਦਾ ਵੀ ਮੰਨਣਾ ਹੈ ਕਿ ਜੇਕਰ ਇਸ ਤਰ੍ਹਾਂ ਦੀ
ਇਸ ਤਰ੍ਹਾਂ ਦੀਆਂ ਜਹਾਜ਼ ਅਗਵਾ ਦੀਆਂ ਘਟਨਾਵਾਂ ਸ਼ੁਰੂ ਹੋ ਗਈਆਂ ਤਾਂ ਫਿਰ ਕਈ ਦੇਸ਼ਾਂ ਦੇ ਲਈ ਔਖਾ ਹੋ ਜਾਵੇਗਾ ਡੰਡੀ। ਜੇਕਰ ਇਹੀ ਪ੍ਰਵਿਰਤੀ ਜਾਰੀ ਰਹੀ ਅਤੇ ਇਸ ਦੇ ਵਿਰੁੱਧ ਸਾਰੇ ਇਕਜੁੱਟ ਨਾ ਹੋਏ ਤਾਂ ਇਹ ਲੋਕਤੰਤਰਿਕ ਸਿਧਾਂਤਾਂ ਦੇ ਲਈ ਵੱਡਾ ਖਤਰਾ ਬਣ ਸਕਦੀ ਹੈ। ਡੰਡੀ।